मैं समझदा कि ਜਦੋਂ ਨੀਅਤ और नीति साफ ਹੋਵੇ, ਕੰਮ ਕਰਨ ਦੀ ਇੱਛਾ ਮਨਸ਼ਾ ਹੋਵੇ, ਇਹੋ ਜਿਹਾ ਕੋਈ ਕੰਮ ਨਹੀਂ ਹੈਗਾ ਜਿਹੜਾ ਕੰਮ ਹੋ ਨਹੀਂ ਸਕਦਾ ਕਿ ਸਰਕਾਰਾਂ ਕਰ ਨਾ ਸਕਦੀਆਂ ਹੋਣ। ਇੱਥੋਂ ਕਿਉਂਕਿ ਅੱਜ ਪੰਜਾਬ ਦੀਆਂ ਜਿੰਨੀਆਂ ਪ੍ਰੋਬਲਮਸ ਹੁੰਦੀਆਂ ਨੇ ਜਸਮੀਤ ਜੀ, ਸਾਰਿਆਂ ਦੀ ਜੜ, ਸਾਰਿਆਂ ਦੇ ਜਿਹੜਾ ਐਪੀਸੈਂਟਰ ਹੈ ਉਹ ਕਰਪਟ ਪੋਲੀਟੀਕਲ ਸਿਸਟਮ ਹੈ। ਕਰਪਸ਼ਨ ਨੂੰ, ਮਾਫੀਆ ਨੂੰ ਖਤਮ ਕਰਦੇ ਹੋਏ ਨੂੰ ਲੈ ਕੇ ਗਰੰਟੀਆਂ ਦਿੱਤੀਆਂ ਗਈਆਂ। ਸਭ ਤੋਂ ਪਹਿਲੀ ਗਰੰਟੀ ਕਿਹੜੀ ਹੈ ਜਿਹੜੀ ਪਾਰਟੀ ਪੂਰੀ ਕਰੇਗੀ? ਕੈਪਟਨ ਅਮਰਿੰਦਰ ਸਿੰਘ ਉਹ ਝੂਠੀ ਸਹੁੰ ਤਾਂ ਖਾਂਦੇ ਨਹੀਂ ਹੈਗੇ। ਉਹਨਾਂ ਨੂੰ ਜੇ ਨਸ਼ੇ ਨੂੰ ਖਤਮ ਕਰਨ ਲੱਗਾਂਗੇ ਉਹ ਤੇ ਅੱਜ ਕੰਮ ਸ਼ੁਰੂ ਹੋਊਗਾ, ਪਰ ਉਹ ਤੇ ਹੌਲੀ ਹੌਲੀ ਕਿਉਂਕਿ ਇਹ ਇੱਕ ਤਰੀਕੇ ਨਾਲ ਕੈਂਸਰ ਹੈ ਨਸ਼ਾ ਜਿਹੜਾ। ਕੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨਸ਼ੇ ਤੋਂ ਛੁਟਕਾਰਾ ਮਿਲਦਾ? ਕੀ ਪੰਜਾਬ ਨੂੰ 3 ਲੱਖ ਕਰੋੜ ਦੇ ਕਰਜ਼ੇ ਤੋਂ ਛੁਟਕਾਰਾ ਮਿਲਦਾ ਹੈ? ਕੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਰੋਜ਼ਗਾਰ ਮਿਲਦੇ ਨੇ? ਕੀ ਪੰਜਾਬ ਦੇ ਲੋਕਾਂ ਨੂੰ ਚੰਗਾ ਹੈਲਥ ਐਜੂਕੇਸ਼ਨ ਸਿਸਟਮ ਮਿਲਦਾ ਹੈ? ਮੈਟਰ ਉਹ ਕਰਦੇ ਜੀ ਅਮਨ ਅਰੋੜਾ ਨੂੰ ਕੀ ਮਿਲਦਾ ਹੈ ਜਾਂ ਕੀ ਨਹੀਂ ਮਿਲਦਾ ਹੈਗਾ, ਇਹ ਮੇਰੇ ਲਈ ਉਹ ਮੈਟਰ ਨਹੀਂ ਕਰਦਾ ਹੈਗਾ। ਹਾਂ, ਜੇ ਤੁਹਾਨੂੰ ਪਾਰਟੀ ਇਹ ਡੈਜ਼ਿਗਨੇਸ਼ਨ ਦੇ ਦਿੰਦੀ ਹੈ, ਤੁਹਾਨੂੰ ਇਹ ਵਿਭਾਗ ਦੇ ਦਿੰਦੀ ਹੈ, ਇਹ ਮੰਤਰਾਲਾ ਦੇ ਦਿੰਦੀ ਹੈ, ਤੁਸੀਂ ਫਾਈਨਾਂਸ ਮਿਨਿਸਟਰ ਬਣ ਜਾਂਦੇ ਹੋ, ਤਾਂ ਫਿਰ ਮਨਪ੍ਰੀਤ ਬਾਦਲ ਸਾਹਿਬ ਵਾਲਾ ਖਾਲੀ ਖਜ਼ਾਨਾ ਭਰ ਦੇਣਗੇ। ਗੇਟ ਦੇ ਬਾਹਰ ਖੜ ਜਾ ਤੇ ਚੌਕੀਦਾਰੇ ਵਾਲੀ ਜੇ ਡਾਂਗ ਫੜਾ ਕੇ ਵੀ ਬਾਹਰ ਖੜਾਤਾ ਤੇ ਫਿਰ ਚਿੜੀ ਵੀ ਨਹੀਂ ਪਰ ਮਾਰ ਸਕਦੀ, ਇੰਨੀ ਗਰੰਟੀ ਦਿੰਦਾ। ਦੇਖੋ ਇਸ ਤਰ੍ਹਾਂ ਕਿ ਵੈਸੇ ਤੁਸੀਂ ਗਲਤ ਬੰਦੇ ਨੂੰ ਸਵਾਲ ਕਰ ਰਹੇ ਹੋ, ਔਰ ਜਿਹੜੇ ਹਾਈਪੋਥੈਟੀਕਲ ਸਵਾਲ ਹੁੰਦੇ ਨੇ ਮੈਂ ਉਹਨਾਂ ਦਾ ਕਦੇ ਜਵਾਬ ਦਿੱਤਾ ਨਹੀਂ ਹੈਗਾ। ਜਿਹੜੀ ਇਹ ਕਹਿੰਦੀ ਹੈ ਕਿ ਪੂਰੇ ਮੁਲਕ ਦੇ ਵਿੱਚ ਜੇ ਇੱਕੋ ਇੱਕ ਸਟੇਟ ਮੁਨਾਫੇ ਦੇ ਵਿੱਚ ਹੈ ਤਾਂ ਉਹ ਦਿੱਲੀ ਦੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਹੈ। ਬਾਕੀ ਸਾਰੀਆਂ ਸਟੇਟਾਂ ਨੇ ਜਿਹੜੀਆਂ ਉਹ ਘਾਟੇ ਦੇ ਵਿੱਚ ਨੇ। ਇਹ ਆਮ ਜਨਤਾ ਦੀ ਆਪਾਂ ਨੇ ਗੱਲ ਕੀਤੀ, ਬਦਲਾਓ ਲੋਕ ਕਹਿੰਦੇ ਸੀ ਕਿ ਬਦਲਾਓ ਲੈ ਕੇ ਆਉਣਾ, ਤੇ ਬਦਲਾਓ ਆਇਆ ਵੀ। ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਸਰਕਾਰੀ ਬੱਸਾਂ ਦੀ ਦੁਰਵਰਤੋਂ ਹੋਈ, ਲੋਕਾਂ ਨੇ ਇਹ ਤਾਂ ਨਹੀਂ ਸੀ ਸੋਚਿਆ। ਨਹੀਂ, ਇਸ ਤਰ੍ਹਾਂ ਦੀ ਕੋਈ ਦੁਰਵਰਤੋਂ ਵਾਲੀ ਗੱਲ ਮੇਰੇ ਧਿਆਨ ਦੇ ਵਿੱਚ ਤਾਂ ਨਹੀਂ, ਮੈਨੂੰ ਮੀਡੀਆ ਦੇ ਵਿੱਚ ਕੋਈ ਦੇਖਣ ਨੂੰ ਮਿਲਿਆ। ਕੱਲ ਨੂੰ ਜਦੋਂ ਤੱਕ ਭਗਵੰਤ ਮਾਨ ਜੀ ਸਹੁੰ ਨਹੀਂ ਚੱਕ ਲੈਂਦੇ ਹੈਗੇ, ਇਹ ਸਵਾਲ ਤਾਂ ਤੁਹਾਨੂੰ ਚੰਨੀ ਸਾਹਿਬ ਨੂੰ ਕਰਨਾ ਚਾਹੀਦਾ, ਕਿਉਂਕਿ ਕੇਅਰਟੇਕਰ ਸੀਐਮ ਤਾਂ ਉਹ ਨੇ। ਦੇਖ ਲਓ ਰਿਕਾਰਡ ਹੋ ਰਿਹਾ ਹੈ, ਇਹ ਇੰਟਰਵਿਊ ਚੱਲਣੀ ਹੈ। ਜੇ ਉਹ ਪੀਪਾ ਨਹੀਂ ਭਰਿਆ ਗਿਆ ਤਾਂ ਲੋਕਾਂ ਨੇ ਫਿਰ ਸਵਾਲ ਕਰਨੇ ਆ। ਮੈਂ ਜਸਮੀਤ ਜੀ, ਮੈਂ ਕਦੇ ਇਹੋ ਜਿਹੀ ਕੋਈ ਗੱਲ ਕੀਤੀ ਨਹੀਂ ਹੈਗੀ ਜਿਹੜੀ ਕਦੇ ਦੇਣੀ ਆ ਜੇ। ਇੱਕ ਮੁੱਦਾ ਹੋਰ ਬੜਾ ਉੱਠ ਰਿਹਾ ਹੈ BBMP ਦਾ। ਕੇਂਦਰ ਦੇ ਵੱਲੋਂ ਇਹ ਮੁੱਦਾ ਜਿਹੜਾ ਪੂਰੇ ਜ਼ੋਰ ਸ਼ੋਰ ਦੇ ਨਾਲ ਚੁੱਕਿਆ ਜਾ ਰਿਹਾ, ਲੋਕ ਪਰੇਸ਼ਾਨ ਵੀ ਹੋਣ ਲੱਗੇ ਨੇ, ਇਸ ਨੂੰ ਲੈ ਕੇ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਨੇ। ਇੱਕ ਪਾਸੇ ਉਹ ਮੁੱਦਾ ਉੱਠਣਾ ਤੇ ਦੂਜੇ ਪਾਸੇ ਨਵੀਂ ਸਰਕਾਰ ਦਾ ਬਣਨਾ, ਕਿਉਂਕਿ ਸੂਬੇ ਦੀ ਆਰਥਿਕਤਾ ਨੂੰ ਪੈਰਾਂ ਸਿਰ ਖੜਾ ਕਰਨ ਲਈ ਕੇਂਦਰ ਦੀ ਲੋੜ ਤੇ ਪਊਗੀ। ਕਿਵੇਂ ਤਾਲਮੇਲ ਬਣਾ ਕੇ ਚੱਲੇਗੀ ਪਾਰਟੀ? ਆਮ ਆਦਮੀ ਪਾਰਟੀ ਠੋਕ ਕੇ ਪਹਿਰਾ ਦੇਗੀ ਔਰ ਪੰਜਾਬ ਦੇ ਹਿੱਤਾਂ ਦੀ ਰਾਖੀ ਜਿਹੜੀ ਉਹ ਕਰੇਗੀ। ਤੇ ਅਰਵਿੰਦ ਕੇਜਰੀਵਾਲ ਜੀ ਟਰਨ ਅਰਾਊਂਡ ਕਰ ਸਕਦੇ ਨੇ 360 ਡਿਗਰੀਜ਼, ਠੀਕ ਹੈ ਨਾ। ਉਹਦੇ ਵਿੱਚ ਤੁਸੀਂ ਹੈਲਥ ਐਜੂਕੇਸ਼ਨ ਦੀ ਰੈਵੋਲੂਸ਼ਨ ਲਿਆ ਸਕਦੇ ਹੋ, ਤੁਸੀਂ ਕਰਪਸ਼ਨ ਨੂੰ ਜੜੋਂ ਖਤਮ ਕਰ ਸਕਦੇ ਹੋ, ਤੁਸੀਂ ਹੋਮ ਡਿਲੀਵਰੀ ਆਫ ਸਰਵਿਸਿਜ਼ ਜਿਹੜਾ ਉਹ ਪ੍ਰੋਵਾਈਡ ਕਰ ਸਕਦੇ ਹੋ, ਤੁਸੀਂ ਟੌਪ ਕਲਾਸ ਇਨਫਰਾਸਟ੍ਰਕਚਰ ਜਿਹੜਾ ਉਹ ਕ੍ਰੀਏਟ ਕਰ ਸਕਦੇ ਹੋ। ਜੇ ਉੱਥੇ ਬੰਨੇ ਹੱਥਾਂ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਜੀ ਇਹ ਕਰ ਸਕਦੇ ਨੇ, ਐਂਡ ਵਿਦਆਊਟ ਸੈਂਟਰਲ ਗਵਰਨਮੈਂਟ ਸਪੋਰਟ। ਉਹ ਤਾਂ ਹਮੇਸ਼ਾ ਕਹਾੜਾ ਲੈ ਕੇ ਅਰਵਿੰਦ ਜੀ ਦੇ ਸਿਰ ਤੇ ਬੈਠੇ ਰਹਿੰਦੇ ਨੇ ਕੇਂਦਰ ਸਰਕਾਰ ਵਾਲੇ। ਬਦਲਾਅ ਦੇ ਲਈ ਹੀ ਸਰਕਾਰ ਬਦਲੀ ਗਈ ਹੈ, ਪਰ ਜੇ ਹੁਣ ਕਹੀਏ ਵੀ ਸਰਕਾਰ ਸਾਰਾ ਕੁਝ ਕਰ ਦੂਗੀ, that is not possible। ਇਹ ਲੋਕਾਂ ਨੂੰ ਵੀ ਬਦਲਣਾ ਪਊਗਾ। ਪਰ ਆਮ ਆਦਮੀ ਪਾਰਟੀ ਨੇ ਬਿਜਲੀ ਫ੍ਰੀ ਦੇਣ ਦਾ, ਕਈ ਯੂਨਿਟਸ ਫ੍ਰੀ ਦੇਣ ਦਾ ਵਾਅਦਾ ਵੀ ਕੀਤਾ ਹੋਇਆ, ਫਿਰ ਉੱਥੇ ਪਾਰਟੀ, ਉੱਥੇ ਸਰਕਾਰ ਕੀ ਕਰੇ? ਕੇਂਦਰ ਸਰਕਾਰ ਦੇ ਉਹਨਾਂ ਨੂੰ ਜਾ ਕੇ ਰਿਕੁਐਸਟ ਵੀ ਕਰਾਂਗੇ, ਉਹਨਾਂ ਨੂੰ ਮਨਾਵਾਂਗੇ ਵੀ। ਜੇ ਨਹੀਂ ਉਹ ਮੰਨਣਗੇ ਤੇ ਫਿਰ ਜੇ ਦੋ ਹੱਥ ਕਰਨੇ ਪੈਣਗੇ ਪੰਜਾਬ ਸਰਕਾਰ ਨੂੰ ਸੈਂਟਰ ਦੇ ਨਾਲ, ਉਹ ਵੀ ਕਰਾਂਗੇ। ਪਰ ਪੰਜਾਬ ਦੇ ਹਿੱਤਾਂ ਦਾ ਘਾਣ ਹੈ ਜਿਹੜਾ ਉਹ ਨਹੀਂ ਹੋਣ ਦੇਵਾਂਗੇ। ਕਿਸਾਨ ਵੱਡੇ ਪੱਧਰ ਤੇ ਸੰਯੁਕਤ ਕਿਸਾਨ ਮੋਰਚਾ ਸੰਘਰਸ਼ ਵਿੱਢਣ ਜਾ ਰਿਹਾ ਆਪਣੀਆਂ ਲਟਕਵੀਆਂ ਮੰਗਾਂ ਨੂੰ ਲੈ ਕੇ। 25 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਣਾ ਹੈ। ਪਾਰਟੀ ਦਾ ਕੀ ਸਟੈਂਡ ਰਹੂਗਾ? ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਜਸਮੀਤ। ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਜਿੱਤ ਮਿਲਦੀ ਹੈ ਤੇ ਅਮਨ ਅਰੋੜਾ ਨੂੰ ਸਭ ਤੋਂ ਵੱਡੀ ਜਿੱਤ ਮਿਲੀ ਹੈ। ਜ਼ਾਹਿਰ ਹੈ
ਵਧਾਈਆਂ ਦੇਣ ਵਾਲੇ ਲੋਕ ਵੱਡੀ ਗਿਣਤੀ ਦੇ ਵਿੱਚ ਘਰ ਦੇ ਵਿੱਚ ਆ ਰਹੇ ਨੇ। ਦੁਨੀਆ ਭਰ ਤੋਂ ਉਹਨਾਂ ਨੂੰ ਵਧਾਈਆਂ ਮਿਲ ਰਹੀਆਂ ਨੇ। ਸਾਡੇ ਨਾਲ ਅਮਨ ਅਰੋੜਾ ਜੀ ਮੌਜੂਦ ਨੇ। ਅਸੀਂ ਵੀ ਸਭ ਤੋਂ ਪਹਿਲਾਂ ਮੁਬਾਰਕਬਾਦ ਦੇਵਾਂਗੇ ਅਮਨ ਜੀ। ਮਿਹਰਬਾਨੀ, ਥੈਂਕ ਯੂ ਜਸਮੀਤ ਜੀ, ਥੈਂਕ ਯੂ ਸੋ ਮਚ। ਤੇ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ। ਸਭ ਤੋਂ ਪਹਿਲਾਂ ਮੇਰਾ ਸਵਾਲ, ਤੁਸੀਂ ਇਸ ਹਲਕੇ ਤੋਂ, ਤੁਹਾਡਾ ਪਰਿਵਾਰ ਇਸ ਹਲਕੇ ਤੋਂ ਰਿਹਾ, ਸਿਆਸੀ ਪਰਿਵਾਰ ਹੈ। ਤੁਹਾਡੇ ਫਾਦਰ ਸਾਹਿਬ ਭਗਵਾਨ ਦਾਸ ਅਰੋੜਾ ਜੀ ਐਮਐਲਏ ਰਹੇ ਨੇ, ਇੱਕ ਪ੍ਰੋਗਰੈਸਿਵ ਐਮਐਲਏ ਵਜੋਂ ਉਹਨਾਂ ਨੂੰ ਜਾਣਿਆ ਗਿਆ, ਮਿਨਿਸਟਰ ਵੀ ਰਹੇ, ਬਹੁਤ ਸਾਰੇ ਪ੍ਰੋਜੈਕਟ ਇਸ ਹਲਕੇ ਲਈ ਉਹ ਲੈ ਕੇ ਆਏ। ਤਦ ਲੋਕਾਂ ਨੂੰ ਪਤਾ ਲੱਗਿਆ ਕਿ ਵਿਕਾਸ ਕੀ ਹੈ। ਹੁਣ ਤੁਸੀਂ ਸਰਕਾਰ ਦੇ ਵਿੱਚੋਂ ਦੂਸਰੀ ਵਾਰ ਵਿਧਾਇਕ ਬਣੇ ਹੋ, ਜ਼ਿੰਮੇਵਾਰੀ ਕਿੰਨੀ ਕੁ ਵੱਡੀ ਸਮਝ ਰਹੇ ਹੋ ਤੇ ਕਿਹੜੇ ਪ੍ਰੋਜੈਕਟ ਹੋਣਗੇ ਜਿਹੜੇ ਤੁਸੀਂ ਲੈ ਕੇ ਆਓਗੇ? ਦੇਖੋ, ਇਸ ਤਰ੍ਹਾਂ ਕਿ ਮੈਂ ਸਮਝਦਾ ਕਿ ਜਿੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਜਿੰਨੇ ਵੱਡੇ ਚੈਲੰਜਸ ਹੁੰਦੇ ਨੇ, ਓਪਰਚੁਨਿਟੀਜ਼ ਵੀ ਉਨੀਆਂ ਹੀ ਵੱਡੀਆਂ ਹੁੰਦੀਆਂ ਨੇ। ਤੁਸੀਂ ਇੰਟਰੋਡਕਸ਼ਨ ਦੇ ਵਿੱਚ ਹੀ ਮੇਰੇ ਪਿਤਾ ਸਵਰਗੀ ਬਾਬੂ ਭਗਵਾਨ ਦਾਸ ਜੀ ਅਰੋੜਾ ਦਾ ਜ਼ਿਕਰ ਕੀਤਾ। ਅੱਜ ਉਹਨਾਂ ਦੇ ਜਾਣ ਤੋਂ 22 ਸਾਲ ਬਾਅਦ ਵੀ ਅੱਜ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ, ਉਵੇਂ ਸੁਨਾਮ ਹਲਕੇ ਦਾ ਇਕੱਲਾ ਘਰ ਹੈ, ਇਕੱਲਾ ਬੱਚਾ ਜਿਹੜਾ ਉਹ ਉਹਨਾਂ ਦੇ ਵਿਕਾਸ ਤੇ ਮੇਰੇ ਪਿਤਾ ਜੀ ਦਾ ਨਾਮ, ਉਹ ਉਹਨਾਂ ਨੂੰ ਇਕੱਠੇ ਜੋੜ ਕੇ ਗੱਲ ਕੀਤੀ ਜਾਂਦੀ ਹੈ। ਮੈਂ ਸਮਝਦਾ ਕਿ ਜਦੋਂ ਨੀਅਤ ਔਰ ਨੀਤੀ ਸਾਫ਼ ਹੋਵੇ, ਕੰਮ ਕਰਨ ਦੀ ਇੱਛਾ ਮਨਸ਼ਾ ਹੋਵੇ, ਇਹੋ ਜਿਹਾ ਕੋਈ ਕੰਮ ਨਹੀਂ ਹੈਗਾ ਜਿਹੜਾ ਕੰਮ ਹੋ ਨਹੀਂ ਸਕਦਾ ਕਿ ਸਰਕਾਰਾਂ ਕਰ ਨਾ ਸਕਦੀਆਂ ਹੋਣ। ਜਿੱਥੇ ਤੱਕ ਗੱਲ ਰਹੀ ਪ੍ਰੋਜੈਕਟਸ ਦੀ, ਮੈਂ ਸਮਝਦਾ ਕਿ ਅੱਜ ਦੀ ਤਾਰੀਖ ਦੇ ਵਿੱਚ ਜੋ ਪੰਜਾਬ ਦੀਆਂ ਪ੍ਰਾਇੋਰਟੀਜ਼ ਨੇ, ਉਹੀ ਪ੍ਰਾਇੋਰਟੀਜ਼ ਨੇ ਸਾਡੇ ਸੁਨਾਮ ਹਲਕੇ ਦੀਆਂ ਵੀ ਨੇ। ਸਭ ਤੋਂ ਵੱਧ ਮੇਰੀ ਕੋਸ਼ਿਸ਼ ਰਹੇਗੀ, ਪ੍ਰਾਇੋਰਟੀ ਰਹੇਗੀ ਕਿ ਇੱਥੋਂ, ਕਿਉਂਕਿ ਅੱਜ ਪੰਜਾਬ ਦੀਆਂ ਜਿੰਨੀਆਂ ਪ੍ਰੋਬਲਮਸ ਹੁੰਦੀਆਂ ਨੇ ਜਸਮੀਤ ਜੀ, ਸਾਰਿਆਂ ਦੀ ਜੜ, ਸਾਰਿਆਂ ਦੇ ਜਿਹੜਾ ਐਪੀ ਸੈਂਟਰ ਹੈ ਉਹ ਕਰਪਟ ਪੋਲੀਟੀਕਲ ਸਿਸਟਮ ਹੈ। ਕਰਪਸ਼ਨ ਨੂੰ, ਮਾਫੀਆ ਨੂੰ ਖਤਮ ਕਰਦੇ ਹੋਏ ਇੱਥੇ ਜੌਬ ਓਪਰਚੁਨਿਟੀਜ਼ ਨੇ, ਜਿਹੜੀਆਂ ਨੌਕਰੀਆਂ ਦੇ ਮੌਕੇ, ਰੋਜ਼ਗਾਰ ਦੇ ਮੌਕੇ ਨੇ ਜਿਹੜੇ, ਉਹ ਪੈਦਾ ਕੀਤੇ ਜਾਣ। ਹੈਲਥ ਔਰ ਐਜੂਕੇਸ਼ਨ ਸਿਸਟਮ ਨੂੰ ਦਰੁਸਤ ਕੀਤਾ ਜਾਵੇ। ਇਹਦੇ ਨਾਲ ਹੀ ਜਿਹੜੇ ਮੁੱਢਲੀਆਂ ਸਹੂਲਤਾਂ ਤੋਂ ਵੀ ਅੱਜ ਸਾਡੇ ਸੁਨਾਮ ਹਲਕੇ ਦੇ ਵਿੱਚ ਪਿਛਲੇ ਤਕਰੀਬਨ 15-20 ਸਾਲ ਤਾਕਤ ਬਹੁਤ ਰਹੀ ਹੈ, ਪਰ ਉਸ ਲੈਵਲ ਦੇ ਕੰਮ ਨੇ ਜਿਹੜੇ ਉਹ ਹੋਏ ਨਹੀਂ ਹੈਗੇ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਿਹਦੇ ਉੱਪਰ ਐਟ ਦ ਸੇਮ ਗੋ ਇਕੱਠਿਆਂ ਕੰਮ ਹੈ ਜਿਹੜਾ ਉਹ ਕੀਤਾ ਜਾਊਗਾ। ਔਰ ਵੈਸੇ ਵੀ ਜਿਹੜੀ ਗਵਰਨੈਂਸ ਹੁੰਦੀ ਹੈ ਨਾ ਜੀ, ਸਰਕਾਰ ਹੁੰਦੀ ਹੈ, ਉਹਨੂੰ ਹੋਲਿਸਟਿਕਲੀ ਉਹਨੂੰ ਦੇਖਣਾ ਚਾਹੀਦਾ ਹੈ, ਪੂਰੀ ਫੁੱਲ ਪਿਕਚਰ ਦੇਖਣਾ ਚਾਹੀਦਾ। ਇਹ ਨਹੀਂ ਹੈ ਵੀ ਇੱਕ ਕੰਮ ਹੈ ਤੇ ਬਾਕੀ ਸਾਰੇ ਛੱਡ ਦਿਓ, ਜਾਂ ਦੋ ਕੰਮਾਂ 'ਤੇ ਧਿਆਨ ਦੇ ਲਓ ਬਾਕੀ ਸਾਰੇ ਛੱਡ ਦਿਓ। ਸੋ 1 ਬਾਏ 1 ਸਾਰਿਆਂ ਦੇ ਉੱਪਰ, ਇਕੱਠਿਆਂ ਸਾਰਿਆਂ ਦੇ ਉੱਪਰ ਕੰਮ ਹੈ ਜਿਹੜਾ ਉਹ ਪ੍ਰਾਇੋਰਟੀ ਦੇ ਉੱਪਰ ਹੋਏਗਾ। ਬਿਲਕੁਲ, ਗਰੰਟੀਆਂ, ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਗਈਆਂ। ਉਹਨਾਂ ਦੇ ਵਿੱਚ ਕੁਝ ਵਾਅਦੇ ਵੀ ਸੀ, ਜਿਵੇਂ ਕਿ ਡਰੱਗ ਮਾਫੀਆ ਨੂੰ ਖਤਮ ਕਰਨ ਦਾ, ਸ਼ਰਾਬ ਮਾਫੀਆ ਨੂੰ ਖਤਮ ਕਰਨ ਦਾ, ਕੁਝ ਲੋਕਾਂ ਨੂੰ ਲੈ ਕੇ ਗਰੰਟੀਆਂ ਦਿੱਤੀਆਂ ਗਈਆਂ। ਸਭ ਤੋਂ ਪਹਿਲੀ ਗਰੰਟੀ ਕਿਹੜੀ ਹੈ ਜਿਹੜੀ ਪਾਰਟੀ ਪੂਰੀ ਕਰੇਗੀ? ਦੇਖੋ, ਇਸ ਤਰ੍ਹਾਂ ਕਿ ਅਰਵਿੰਦ ਜੀ ਨੇ ਸਾਰੀਆਂ ਜਿਹੜੀਆਂ ਗਰੰਟੀਜ਼ ਦਿੱਤੀਆਂ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ 100% ਕੰਪਲੀਟ ਕਰਨ ਦੇ ਵਿੱਚ ਔਰ ਸਮੇਂਬੱਧ ਤਰੀਕੇ ਦੇ ਵਿੱਚ ਉਹਨਾਂ ਨੂੰ ਪਾਬੰਦ ਹੈ। ਕੱਲ੍ਹ ਭਗਵੰਤ ਮਾਨ ਜੀ ਦੀ SCM ਜਿਹੜੀ ਓਥ ਟੇਕਿੰਗ ਹੈ, ਸਵੇਰਿੰਗ ਸੈਰੇਮਨੀ ਹੋ ਜਾਣੀ ਹੈ। ਉਸ ਤੋਂ ਬਾਅਦ ਸਾਰੀਆਂ ਗਰੰਟੀਆਂ, ਚਾਹੇ ਉਹ 300 ਯੂਨਿਟ ਬਿਜਲੀ ਦੀ ਗੱਲ ਕਰ ਲਈਏ, ਚਾਹੇ ਉਹ 1000 ਰੁਪਇਆ ਮਹਿਲਾਵਾਂ ਨੂੰ ਦੇਣ ਦੀ ਗੱਲ ਕਰ ਲਈਏ, ਚਾਹੇ ਉਹ ਵਰਲਡ ਕਲਾਸ ਹੈਲਥ ਔਰ ਐਜੂਕੇਸ਼ਨ ਸਿਸਟਮ ਨੂੰ ਬਣਾਉਣ ਦੀ ਗੱਲ ਕਰ ਲਈਏ, ਚਾਹੇ ਉਹ ਜੌਬਸ ਦੀ ਗੱਲ ਕਰ ਲਈਏ, ਚਾਹੇ ਉਹ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਕਰ ਲਈਏ, ਸ਼ੁਰੂਆਤ ਕਿਤੋਂ ਕਿਸੇ ਇੱਕ ਤੋਂ ਹੀ ਹੋਏਗੀ, ਸਾਰਿਆਂ ਤੇ ਇਕੱਠਾ ਹੋਏਗਾ ਜੀ। ਇਹ ਹੈ ਕਿ ਕੋਈ ਕੰਮ ਹੈ ਜਿਹੜਾ ਉਹ ਹੋ ਸਕਦਾ 1 ਮਹੀਨੇ ਦੇ ਵਿੱਚ ਹੀ ਅਸੀਂ ਟਾਰਗੇਟ, ਜਾਂ ਪਹਿਲੇ 100 ਦਿਨਾਂ ਦੇ ਵਿੱਚ ਹੀ ਪੂਰਾ ਕਰ ਲਈਏ। ਹੋ ਸਕਦਾ ਕਈ ਟਾਰਗੇਟ ਨੇ ਜਿਨ੍ਹਾਂ ਦਾ ਨੂੰ 1 ਸਾਲ ਲੱਗ ਜੇ, ਹੋ ਸਕਦਾ ਕਈਆਂ ਨੂੰ 1 ਸਾਲ ਤੋਂ ਵੱਧ ਵੀ ਲੱਗ ਜੇ। ਹੁਣ ਜਿਵੇਂ ਸਪੋਜ਼ ਜਿਹੜੇ ਗਵਰਨਮੈਂਟ ਨੇ ਇਮੀਡੀਏਟ ਫੈਸਲੇ ਕਰਨੇ ਨੇ, ਠੀਕ ਹੈ ਨਾ, ਉਹ 100 ਡੇਜ਼ ਦੇ ਵਿੱਚ ਅਚੀਵ ਹੋ ਸਕਦੇ ਨੇ। ਹੁਣ ਜੇ ਆਪਾਂ ਕਹੀਏ ਵੀ ਨਸ਼ੇ ਖਤਮ ਕਰਨ ਦੀ, ਨਸ਼ੇ ਖਤਮ ਜੇ ਆਪਾਂ ਕਹੀਏ ਅਸੀਂ ਕੈਪਟਨ ਅਮਰਿੰਦਰ ਸਿੰਘ ਵਾਂਗ ਝੂਠੀ ਸਹੁੰ ਤਾਂ ਖਾਂਦੇ ਨਹੀਂ ਹੈਗੇ। ਉਹਨਾਂ ਨੂੰ ਜੇ ਨਸ਼ੇ ਨੂੰ ਖਤਮ ਕਰਨ ਲੱਗਾਂਗੇ, ਉਹ 'ਤੇ ਅੱਜ ਕੰਮ ਸ਼ੁਰੂ ਹੋਊਗਾ, ਪਰ ਉਹ 'ਤੇ ਹੌਲੀ, ਕਿਉਂਕਿ ਇਹ ਇੱਕ ਤਰੀਕੇ ਨਾਲ ਕੈਂਸਰ ਹੈ। ਨਸ਼ਾ ਜਿਹੜਾ ਉਹਨੂੰ ਫੈਲਣ ਨੂੰ ਇੰਨਾ ਸਮਾਂ ਲੱਗਿਆ ਤੇ ਜੜੋਂ ਖਤਮ ਹੋਣ ਦੇ ਵਿੱਚ ਵੀ ਸਮਾਂ ਲੱਗੂ। ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਕੰਮ ਸਰਕਾਰ ਤੁਹਾਨੂੰ ਪਹਿਲੇ ਦਿਨ ਤੋਂ ਕਰਦੀ ਨਜ਼ਰ ਆਊਗੀ। ਹਾਂ, ਕੋਈ ਕੰਮ ਹੈ ਜਿਹੜਾ ਉਹ ਸ਼ਾਰਟ ਸਪੈਨ ਦੇ ਵਿੱਚ ਖਤਮ ਹੋ ਜਾਏਗਾ, ਕੋਈ ਮਿਡ ਟਰਮ ਦੇ ਵਿੱਚ ਪੂਰਾ ਕਰ ਲਿਆ ਜਾਵੇਗਾ, ਕੋਈ ਨੂੰ ਥੋੜਾ ਲੌਂਗਰ ਸਮਾਂ ਵੀ ਲੱਗ ਸਕਦਾ ਹੈ। ਕੰਮ 100% ਕੰਪਲੀਟ ਹੋਣਗੇ। ਜੋ ਅਰਵਿੰਦ ਜੀ ਨੇ ਕਹਿਤਾ ਉਹ ਪੱਥਰ ਤੇ ਲਕੀਰ ਹੈ। ਔਰ ਉਸ ਤੋਂ ਇਲਾਵਾ ਹੁਣ ਜੇ ਮੈਂ ਤੁਹਾਨੂੰ ਦਿੱਲੀ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਕੰਮ ਹੈ ਜਿਹੜੇ ਉਹਨਾਂ ਨੇ ਕਹੇ ਵੀ ਨਹੀਂ ਸੀ ਪਰ ਫਿਰ ਵੀ ਕਰਤੇ। ਇਹ ਤਾਂ ਕੁਝ ਕੁ ਕਹੇ ਨੇ ਜਿਹੜੇ ਅਨਸੈਡ ਨੇ, ਜਿਹੜੇ ਕਹੇ ਨਹੀਂ ਹੈਗੇ, ਤੇ ਉਹ ਵੀ ਸਾਡੀ ਵਿਸ਼ ਲਿਸਟ ਦੇ ਵਿੱਚ ਹੈਗੇ ਤੇ ਉਹ ਵੀ ਪੂਰੇ ਹੋਣਗੇ ਜੀ। ਸਿਆਸੀ ਗਲਿਆਰਿਆਂ ਦੇ ਵਿੱਚ ਅਮਨ ਜੀ ਚਰਚਾ ਹੈ ਕਿ ਤੁਸੀਂ ਫਾਈਨਾਂਸ ਮਿਨਿਸਟਰ ਬਣਨ ਜਾ ਰਹੇ ਹੋ, ਸੱਚ ਹੈ?
ਦੇਖੋ ਇਸ ਤਰ੍ਹਾਂ ਕਿ ਚਲੋ ਇਹ ਤਾਂ ਤੁਹਾਡੀ ਨਜ਼ਰੇ ਨਾ ਹੈ, ਤੁਹਾਡੀ ਮਿਹਰਬਾਨੀ ਕਿ ਤੁਸੀਂ ਆ ਜਿਹੜੇ ਸਾਥੀ ਇਹ ਇਸ ਤਰੀਕੇ ਦੀ ਗੱਲ ਕਰਦੇ ਨੇ, ਉਹਨਾਂ ਦਾ ਧੰਨਵਾਦ ਕਿ ਮੈਨੂੰ ਇਸ ਲਾਇਕ ਇਸ ਕਾਬਲ ਸਮਝਦੇ ਨੇ। ਪਰ ਮੇਰੀ ਆਪਣੀ ਇੱਕ ਜ਼ਿੰਦਗੀ ਦਾ ਅਸੂਲ ਹੈ ਜੀ, ਮੈਂ ਨਾ ਕਦੇ ਅਹੁਦਿਆਂ ਦੇ ਮਗਰ ਨਾ ਕਦੇ ਭੱਜਿਆ ਨਾ ਭੱਜਣਾ। ਮੇਰਾ ਆਦਤ ਹੈ ਕਿ ਕਰਮ ਕਰ, ਫਲ ਦੀ ਚਿੰਤਾ ਨਾ ਕਰ, ਜੋ ਪ੍ਰਮਾਤਮਾ ਨੇ ਬਾਬੇ ਨਾਨਕ ਨੇ ਮੱਥੇ ਤੇ ਲਿਖਿਆ ਉਹ ਆਪੇ ਮਿਲ ਜਾਣਾ ਹੁੰਦਾ ਹੈ। ਔਰ ਨਾਲੇ ਮੈਟਰ ਇਹ ਨਹੀਂ ਕਰਦਾ ਹੈਗਾ ਜੀ ਕਿ ਅਮਨ ਅਰੋੜਾ ਨੂੰ ਕੀ ਮਿਲਦਾ ਹੈ, ਮੈਟਰ ਇਹ ਕਰਦਾ ਹੈ ਕਿ ਕੀ ਪੰਜਾਬ ਦੇ ਲੋਕਾਂ ਨੂੰ ਕਰਪਸ਼ਨ ਤੋਂ, ਮਾਫੀਆ ਤੋਂ ਛੁਟਕਾਰਾ ਮਿਲਦਾ ਹੈ, ਕੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨਸ਼ੇ ਤੋਂ ਛੁਟਕਾਰਾ ਮਿਲਦਾ ਹੈ, ਕੀ ਪੰਜਾਬ ਨੂੰ 3 ਲੱਖ ਕਰੋੜ ਦੇ ਕਰਜ਼ੇ ਤੋਂ ਛੁਟਕਾਰਾ ਮਿਲਦਾ ਹੈ, ਕੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਰੋਜ਼ਗਾਰ ਮਿਲਦੇ ਨੇ, ਕੀ ਪੰਜਾਬ ਦੇ ਲੋਕਾਂ ਨੂੰ ਚੰਗਾ ਹੈਲਥ ਐਜੂਕੇਸ਼ਨ ਸਿਸਟਮ ਮਿਲਦਾ ਹੈ। ਮੈਟਰ ਉਹ ਕਰਦੇ ਜੀ ਅਮਨ ਅਰੋੜਾ ਨੂੰ ਕੀ ਮਿਲਦਾ ਹੈ ਜਾਂ ਕੀ ਨਹੀਂ ਮਿਲਦਾ ਹੈਗਾ, ਇਹ ਮੇਰੇ ਲਈ ਉਹ ਮੈਟਰ ਨਹੀਂ ਕਰਦਾ ਹੈਗਾ। ਹਾਂ, ਪਾਰਟੀ ਦਾ ਸੱਚਾ ਸਿਪਾਹੀ ਸੀਗੇ, ਹੈਗੇ ਆ ਤੇ ਹਮੇਸ਼ਾ ਰਹਾਂਗੇ। ਜੇ ਕੱਲ ਨੂੰ ਮੇਰੀ ਪਾਰਟੀ ਮੇਰੀ ਡਿਊਟੀ ਲਾ ਜਾਂਦੀ ਵੀ ਇੱਥੇ ਚੌਕੀਦਾਰ ਬਣ ਕੇ ਗੇਟ ਦੇ ਬਾਹਰ ਖੜ ਜਾ, ਤੇ ਚੌਕੀਦਾਰ ਵਾਲੀ ਜੇ ਡਾਂਗ ਫੜਾ ਕੇ ਵੀ ਬਾਹਰ ਖੜਾਤਾ ਤੇ ਫਿਰ ਚਿੜੀ ਵੀ ਨਹੀਂ ਪਰ ਮਾਰ ਸਕਦੀ, ਇੰਨੀ ਗਰੰਟੀ ਦਿੰਦਾ। ਠੀਕ ਹੈ, ਪਰ ਜੇ ਤੁਹਾਨੂੰ ਪਾਰਟੀ ਇਹ ਡੈਜ਼ਿਗਨੇਸ਼ਨ ਦੇ ਦਿੰਦੀ ਹੈ, ਤੁਹਾਨੂੰ ਇਹ ਵਿਭਾਗ ਦੇ ਦਿੰਦੀ ਹੈ, ਇਹ ਮੰਤਰਾਲਾ ਦੇ ਦਿੰਦੀ ਹੈ, ਤੁਸੀਂ ਫਿਨਾਂਸ ਮਿਨਿਸਟਰ ਬਣ ਜਾਂਦੇ ਹੋ, ਤਾਂ ਫਿਰ ਮਨਪ੍ਰੀਤ ਬਾਦਲ ਸਾਹਿਬ ਵਾਲਾ ਖਾਲੀ ਖਜ਼ਾਨਾ ਭਰ ਦਿਓਗੇ? ਦੇਖੋ ਇਸ ਤਰ੍ਹਾਂ ਕਿ ਵੈਸੇ ਤੁਸੀਂ ਗਲਤ ਬੰਦੇ ਨੂੰ ਸਵਾਲ ਕਰ ਰਹੇ ਹੋ, ਔਰ ਜਿਹੜੇ ਹਾਈਪੋਥੈਟੀਕਲ ਸਵਾਲ ਹੁੰਦੇ ਨੇ ਮੈਂ ਉਹਨਾਂ ਦਾ ਕਦੇ ਜਵਾਬ ਦਿੱਤਾ ਨਹੀਂ ਹੈਗਾ। ਸਵਾਲ ਅਮਨ ਅਰੋੜਾ ਦਾ ਨਹੀਂ ਹੈ ਜੀ, ਔਰ ਅਮਨ ਅਰੋੜਾ ਦੀ ਇਕੱਲੇ ਦੀ ਕੋਈ ਹਸਤੀ ਨਹੀਂ ਹੈਗੀ ਜਾਂ ਅਮਨ ਅਰੋੜਾ ਦੀ ਕੋਈ ਹੈਸੀਅਤ ਨਹੀਂ ਹੈਗੀ ਕਿ ਅਮਨ ਅਰੋੜਾ ਇਕੱਲੇ ਕੀ ਕਰ ਸਕਦਾ ਹੈ। ਇਹ ਚਾਹੇ ਉਹ ਅਮਨ ਅਰੋੜੇ ਦੇ ਜ਼ਿੰਮੇ ਲੱਗੇ ਕੰਮ, ਚਾਹੇ ਕਿਸੇ ਹੋਰ ਮੇਰੇ ਸਾਥੀ ਵੀਰ, ਅਸੀਂ ਮਾਨ ਸਾਹਿਬ ਤੋਂ ਇਲਾਵਾ ਅਸੀਂ 91 ਆ ਜਿਹਦੇ ਵੀ ਜ਼ਿੰਮੇਵਾਰ ਲੱਗਦੀ ਹੈ, ਉਹ ਅਰਵਿੰਦ ਜੀਆਂ ਦੇ ਗਵਰਨੈਂਸ ਮਾਡਲ ਨੂੰ ਮੁੱਖ ਰੱਖਦੇ ਹੋਏ ਉਹਨਾਂ ਤੋਂ ਗਾਈਡੈਂਸ ਲੈ ਕੇ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕੰਮ ਕਰਨ ਦਾ ਤਰੀਕਾ ਜਿਹੜਾ ਉਹ ਇੱਕੋ ਹੋਏਗਾ। ਔਰ ਜਿਹੜੀ ਤੁਸੀਂ ਗੱਲ ਕੀਤੀ ਉਹ ਖਜ਼ਾਨਾ ਖਾਲੀ ਹੈ, ਖਜ਼ਾਨਾ ਨਹੀਂ ਖਾਲੀ ਸੀਗਾ ਜੀ, ਉਹਨਾਂ ਦੀ ਨੀਅਤ ਖਾਲੀ ਸੀਗੀ, ਉਹਨਾਂ ਦੀ ਨੀਤੀਆਂ ਖਾਲੀ ਸੀਗੀਆਂ। ਉਹਨਾਂ ਦੇ ਵਿੱਚ ਜਦੋਂ ਤੁਸੀਂ ਇਸ ਕੰਮ ਦੇ ਵਿੱਚ ਪੈ ਜਾਓ ਕਿ ਖਜ਼ਾਨਾ ਤਾਂ ਆਪਦੀ ਅਸੀਂ ਤੇਜ਼ੀ ਕਰਾਵੇ ਖੜ ਕੇ ਮੈਂ ਆਪਦਾ ਘਰ ਭਰ ਲਾਂ ਜਾਂ ਮੇਰੇ ਸੰਗੀ ਸਾਥੀ ਆਪਦਾ ਘਰ ਭਰ ਲੈਣ, ਤੇ ਉਹ ਫਿਰ ਤਾਂ ਵੱਡੇ ਵੱਡੇ ਸਮੁੰਦਰ ਨੇ ਜਿਹੜੇ ਉਹ ਖਾਲੀ ਹੋ ਜਾਂਦੇ ਹੁੰਦੇ ਨੇ। ਮੈਂ ਤੁਹਾਨੂੰ ਗਾਰੰਟੀ ਕਰਦਾ, ਤੁਸੀਂ ਮੇਰੀਆਂ ਪਿਛਲੇ 5 ਸਾਲਾਂ ਦੀਆਂ ਵਿਧਾਨ ਸਭਾ ਦੀਆਂ, ਸਾਡੇ ਆਮ ਆਦਮੀ ਪਾਰਟੀ ਦੇ ਸਾਰੇ MLAs ਦੀਆਂ ਸਾਰੀਆਂ ਸਪੀਚਸ, ਸਾਰੇ ਡਿਬੇਟਸ ਨੇ ਜਿਹੜੇ ਜਦੋਂ ਬਜਟ ਸੈਸ਼ਨ ਹੁੰਦਾ ਸੀਗਾ, ਤੁਸੀਂ ਉਹ 5 ਸਾਲਾਂ ਦੀ ਕਢਾ ਕੇ ਦੇਖ ਲਓ। ਸਰਕਾਰ ਦਾ ਵਿਜ਼ਨ ਕੀ ਹੋਣਾ ਚਾਹੀਦਾ ਹੈ, ਖਜ਼ਾਨਾ ਕਿਵੇਂ ਭਰਿਆ ਜਾ ਸਕਦਾ ਹੈ, ਉਹਦਾ ਬਲੂਪ੍ਰਿੰਟ ਹੈ ਜਿਹੜਾ ਅਸੀਂ 5 ਸਾਲ ਦਿੱਤਾ ਜੀ ਇਹਨਾਂ ਨੂੰ। ਇਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਹੈਗੀ ਤੇ ਅੱਜ ਲੋਕਾਂ ਨੇ ਹਾਸ਼ੀਏ ਤੇ ਕਰਦੇ। ਔਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਅੱਜ ਤੁਸੀਂ ਸ਼ਰਾਬ ਮਾਫੀਆ ਦੀ ਗੱਲ ਕਰ ਲਓ, ਤੁਸੀਂ ਪਾਵਰ ਮਾਫੀਆ ਦੀ ਗੱਲ ਕਰ ਲਓ, ਤੁਸੀਂ ਰੇਤ ਮਾਫੀਆ ਦੀ ਗੱਲ ਕਰ ਲਓ, ਜਿਹੜੇ ਲੈਂਡ ਸੈਂਡ ਮਾਫੀਆ ਦੀ ਗੱਲ ਕਰ ਲਓ, ਤੁਸੀਂ ਜਨਰਲ ਕਰਪਸ਼ਨ ਦੀ ਗੱਲ ਕਰ ਲਓ। ਜਸਮੀਤ ਜੀ, ਇਹਨਾਂ ਮਾਫੀਆਜ਼ ਦੇ ਜ਼ਰੀਏ ਯੂ ਵੋਂਟ ਬਿਲੀਵ ਕਿ ਤਕਰੀਬਨ 45-50 ਹਜ਼ਾਰ ਕਰੋੜ ਰੁਪਏ ਜਿਹੜਾ ਕਿ ਖਜ਼ਾਨੇ ਦੇ ਵਿੱਚ ਆਉਣਾ ਚਾਹੀਦਾ ਹੈ, ਉਹ ਇਹਨਾਂ ਮਾਫੀਆ ਦੇ ਜ਼ਰੀਏ ਅਫਸਰਾਂ ਤੇ ਲੀਡਰਾਂ ਦੇ ਘਰਾਂ ਦੇ ਵਿੱਚ ਚਲਾ ਜਾਂਦਾ ਹੈ, ਜਿਹਦੀ ਵਜ੍ਹਾ ਕਰਕੇ ਇੱਕ ਟਰਮ ਦੇ ਵਿੱਚ 5 ਸਾਲਾਂ ਦੇ ਵਿੱਚ ਇਸੇ ਸਰਕਾਰ ਨੇ, ਕਾਂਗਰਸ ਸਰਕਾਰ ਨੇ 1 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਐਡੀਸ਼ਨਲ ਚੜਾ ਦਿੱਤਾ। 2 ਲੱਖ ਸੀ 3 ਲੱਖ ਕਰੋੜ ਕਰ ਦਿੱਤਾ ਇਹਨਾਂ ਨੇ। ਦੂਜੇ ਪਾਸੇ ਇੱਕ ਟਰਮ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ, ਦਿੱਲੀ ਦਾ ਬਜਟ ਸਾਈਜ਼ ਸੀ ਜਿਹੜਾ ਉਹ 26,000 ਕਰੋੜ ਤੋਂ ਵਧਾ ਕੇ ਉਹ 65,000 ਕਰੋੜ ਕਰ ਦਿੱਤਾ। ਉੱਥੇ ਬਜਟ ਦਾ ਸਾਈਜ਼ ਵੱਧਦਾ ਹੈ ਤੇ ਇੱਥੇ ਕਰਜ਼ੇ ਦੀ ਪੰਡ ਜਿਹੜੀ ਉਹ ਵੱਧਦੀ ਹੈ। ਪੂਰੇ CAG ਦੀ ਰਿਪੋਰਟ ਆਈ ਇੱਕ ਕੰਟਰੋਲਰ ਐਂਡ ਆਡੀਟਰ ਜਨਰਲ ਦੀ, ਜਿਹੜੀ ਇਹ ਕਹਿੰਦੀ ਹੈ ਕਿ ਪੂਰੇ ਮੁਲਕ ਦੇ ਵਿੱਚ ਜੇ ਇੱਕੋ ਇੱਕ ਸਟੇਟ ਮੁਨਾਫੇ ਦੇ ਵਿੱਚ ਹੈ ਤਾਂ ਉਹ ਦਿੱਲੀ ਦੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਹੈ। ਬਾਕੀ ਸਾਰੀਆਂ ਸਟੇਟਾਂ ਨੇ ਜਿਹੜੀਆਂ ਉਹ ਘਾਟੇ ਦੇ ਵਿੱਚ ਨੇ, ਤੇ ਸਭ ਤੋਂ ਵੱਧ ਘਾਟਾ ਜੇ ਕਿਸੇ ਤੇ ਹੈਗਾ ਤਾਂ ਉਹ ਪੰਜਾਬ ਦੇ ਸਿਰ ਹੈ। ਸਭ ਤੋਂ ਵੱਡੀ ਕਰਜ਼ੇ ਦੀ ਪੰਡ ਇੱਥੇ ਹੈ। ਨੀਅਤ ਔਰ ਨੀਤੀ ਸਾਫ਼ ਹੋਵੇ, ਵੇਅਰ ਦੇਰ ਇਜ਼ ਵਿਲ ਦੇਰ ਇਜ਼ ਵੇ, ਇਹੋ ਜਿਹਾ ਕੋਈ ਕੰਮ ਨਹੀਂ ਹੈ ਜਿਹੜਾ ਬੰਦਾ ਕਰ ਨਹੀਂ ਸਕਦਾ ਹੈਗਾ। ਇਹ ਕਰਜ਼ੇ ਦੀ ਪੰਡ ਹੈ, ਜਿਹੜਾ ਇਹ ਖਜ਼ਾਨਾ ਖਾਲੀ ਮਾੜੀਆਂ ਨੀਤਾਂ ਵਾਲੇ ਬੰਦਿਆਂ ਨੇ ਕੀਤਾ, ਤੇ ਇਸ ਖਜ਼ਾਨੇ ਨੂੰ ਭਰਨ ਦਾ ਕੰਮ ਹੈ ਜਿਹੜਾ ਉਹ ਚੰਗੀਆਂ ਨੀਤਾਂ ਵਾਲੇ ਬੰਦੇ ਹੀ ਕਰਨਗੇ ਜੀ। ਬਿਲਕੁਲ, ਚੰਗੀਆਂ ਨੀਤਾਂ ਵਾਲੇ ਬੰਦੇ ਹੀ ਸਹੀ ਕੰਮ ਕਰ ਸਕਦੇ ਨੇ। ਤੁਸੀਂ ਲੋਕਾਂ ਦੀ ਗੱਲ ਕਰ ਰਹੇ ਹੋ, ਆਪਾਂ ਜਦੋਂ ਤੋਂ ਇੰਟਰਵਿਊ ਸ਼ੁਰੂ ਕੀਤੀ ਹੈ ਆਮ ਜਨਤਾ ਦੀ ਆਪਾਂ ਨੇ ਗੱਲ ਕੀਤੀ। ਬਦਲਾਓ ਲੋਕ ਕਹਿੰਦੇ ਸੀ ਕਿ ਬਦਲਾਓ ਲੈ ਕੇ ਆਉਣਾ, ਤੇ ਬਦਲਾਓ ਆਇਆ ਵੀ। ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਸਰਕਾਰੀ ਵਸਾਂ ਦੀ ਦੁਰਵਰਤੋਂ ਹੋਈ, ਲੋਕਾਂ ਨੇ ਇਹ ਤਾਂ ਨਹੀਂ ਸੀ ਸੋਚਿਆ। ਨਹੀਂ, ਇਸ ਤਰ੍ਹਾਂ ਦੀ ਕੋਈ ਦੁਰਵਰਤੋਂ ਵਾਲੀ ਗੱਲ ਮੇਰੇ ਧਿਆਨ ਦੇ ਵਿੱਚ ਤਾਂ ਨਹੀਂ। ਇਹ ਮੈਨੂੰ ਮੀਡੀਆ ਦੇ ਵਿੱਚ ਕੋਈ ਦੇਖਣ ਨੂੰ ਮਿਲਿਆ। ਹੁਣ ਆਈ ਡੋਂਟ ਨੋ ਕਿ ਇਹ ਕਿਵੇਂ ਔਰ ਕਿਸ ਲੈਵਲ ਦੇ ਉੱਪਰ। ਦੇਖੋ, ਲੈਟਸ ਬੀ ਵੈਰੀ ਕਲੀਅਰ, ਮੈਨੂੰ ਇਹਦੇ ਬਾਰੇ ਨਾ ਤਾਂ ਕੋਈ ਕਲੈਰਿਟੀ ਹੈ, ਨਾ ਹੀ ਕੋਈ ਜਾਣਕਾਰੀ ਹੈ। ਔਰ ਸੈਕੰਡਲੀ ਹਜੇ ਸਾਡੀ ਸਰਕਾਰ ਤਾਂ ਬਣੀ ਵੀ ਨਹੀਂ ਹੈਗੀ, ਹਜੇ ਤਾਂ ਕੱਲ੍ਹ ਨੂੰ ਸਰਕਾਰ ਦੀ ਫਾਰਮੇਸ਼ਨ ਹੋਣੀ ਹੈ। ਹਜੇ ਤਾਂ ਜਿਹੜੇ ਕੇਅਰ ਟੇਕਰ CM ਨੇ ਉਹ ਤਾਂ ਚਰਨਜੀਤ ਸਿੰਘ ਚੰਨੀ ਨੇ। ਅੱਜ ਦੀ ਤਾਰੀਖ ਤੱਕ ਕੱਲ੍ਹ ਨੂੰ ਜਦੋਂ ਤੱਕ ਭਗਵੰਤ ਮਾਨ ਜੀ ਸਹੁੰ ਨਹੀਂ ਚੱਕ ਲੈਂਦੇ ਹੈਗੇ, ਇਹ ਸਵਾਲ ਤਾਂ ਤੁਹਾਨੂੰ ਚੰਨੀ ਸਾਹਿਬ ਨੂੰ ਕਰਨਾ ਚਾਹੀਦਾ, ਕਿਉਂਕਿ ਕੇਅਰ ਟੇਕਰ CM ਤਾਂ ਉਹ ਨੇ।
ਸੋ ਇਸ ਕਰਕੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਪਤਾ ਨਹੀਂ ਕਿਉਂ ਜਿਹੜਾ ਬਾਦ ਦਾ ਬਤੰਗੜ ਹੈ ਜਿਹੜਾ ਉਹ ਬਣ ਜਾਂਦਾ ਹੈ। ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਲੋਕਾਂ ਦਾ ਜਿਹੜਾ ਨਵਾਂ ਪੈਸਾ ਹੈ ਉਹਦੀ ਰਖਵਾਲੀ ਦੇ ਲਈ ਉਹਦੀ ਦੁਰਵਰਤੋਂ ਨਾ ਹੋਵੇ, ਇਹਦੇ ਲਈ ਵਚਨਬੱਧ ਹੈ। ਖਰਚੇ ਨੇ ਜਿਹੜੇ ਉਹ ਘਟਾਏ ਜਾਣਗੇ ਤਾਂ ਕਿ ਖਜ਼ਾਨੇ ਨੂੰ ਜਿਹੜਾ ਇਹਨਾਂ ਨੇ ਪੀਪਾ ਬਣਾਤਾ, ਪੀਪੇ ਨੂੰ ਮੁੜ ਦੁਬਾਰਾ ਖਜ਼ਾਨਾ ਬਣਾਉਣ ਦਾ ਕੰਮ ਜਿਹੜਾ ਅਸੀਂ ਕਰਾਂਗੇ। ਦੇਖ ਲਓ ਰਿਕਾਰਡ ਹੋ ਰਿਹਾ ਹੈ, ਇਹ ਇੰਟਰਵਿਊ ਚੱਲਣੀ ਹੈ, ਜੇ ਉਹ ਪੀਪਾ ਨਹੀਂ ਭਰਿਆ ਗਿਆ ਤਾਂ ਲੋਕਾਂ ਨੇ ਫਿਰ ਸਵਾਲ ਕਰਨੇ ਆ। ਮੈਂ ਕਦੇ ਮੈਂ ਜਸਮੀਤ ਜੀ ਮੈਂ ਕਦੇ ਇਹੋ ਜਿਹੀ ਕੋਈ ਗੱਲ ਕੀਤੀ ਨਹੀਂ ਹੈਗੀ ਜਿਹੜੀ ਕਦੇ ਦੇਣੀ ਆ ਜੇ। ਅੱਜ ਨਹੀਂ, ਮੈਂ ਤੁਹਾਨੂੰ ਤੁਸੀਂ ਵਿਧਾਨ ਸਭਾ ਦੇ ਰਿਕਾਰਡ ਦੇਖ ਲਓ, ਮੇਰੀਆਂ ਜਿੰਨੀਆਂ ਇੰਟਰਵਿਊਜ਼ ਦੇਖ ਲਓ, ਮੈਂ ਔਨ ਕੈਮਰਾ ਤੇ ਆਫ ਕੈਮਰਾ ਮੇਰੀ ਗੱਲ ਇੱਕੋ ਹੀ ਹੁੰਦੀ ਹੈ ਜੀ। ਔਰ ਮੈਂ ਇਹ ਬੜੀ ਕਮਿਟਮੈਂਟ ਦੇ ਨਾਲ, ਬੜੀ ਕਨਵਿਕਸ਼ਨ ਦੇ ਨਾਲ ਜਿਹੜੀਆਂ ਅੱਜ ਮੈਂ ਗੱਲਾਂ ਕਹਿ ਰਿਹਾ, ਮੈਂ ਤੁਹਾਨੂੰ ਇੱਕ ਇਹ ਜਿਹੜੇ ਸਵਾਲ ਤੁਸੀਂ ਅੱਜ ਕਰ ਰਹੇ ਹੋ, ਇਹ ਜਿਹੜਾ ਤੁਸੀਂ ਕਹਿ ਰਹੇ ਹੋ, ਜੇ ਲਾ ਰਹੇ ਹੋ ਜਿਹੜੀ ਤੁਸੀਂ ਇਹ ਖਦਸ਼ਾ ਜਿਹੜਾ ਤੁਹਾਡਾ, ਇਹਨੂੰ ਮੈਂ ਗਲਤ ਨਹੀਂ ਕਹਿੰਦਾ ਹੈਗਾ, ਕਿਉਂਕਿ ਹੁਣ ਤੱਕ ਦੀਆਂ ਸਰਕਾਰਾਂ ਨਾਲ ਔਰ ਹੁਣ ਤੱਕ ਦੇ ਲੀਡਰਾਂ ਨਾਲ ਲੋਕਾਂ ਦਾ ਮਾੜਾ ਐਕਸਪੀਰੀਐਂਸਿਸ ਰਹੇ ਨੇ, ਤੁਸੀਂ ਉਹਦੇ ਮੁਤਾਬਿਕ ਗੱਲ ਕਰ ਰਹੇ ਹੋ। ਪਰ ਮੈਂ ਤੁਹਾਨੂੰ ਬੜੀ 100% ਕਮਿਟਮੈਂਟ ਤੇ ਕਨਵਿਕਸ਼ਨ ਨਾਲ ਦੱਸ ਰਿਹਾ ਕਿ ਜਿੰਨੇ ਤੁਹਾਡੇ ਅੱਜ ਇਸ਼ੂਜ਼ ਹੈਗੇ 5 ਸਾਲਾਂ ਬਾਅਦ ਇਹਨਾਂ ਇਸ਼ੂਜ਼ ਦਾ ਤੁਹਾਡੇ ਕੋਲ ਕੋਈ ਸਵਾਲ ਨਹੀਂ ਹੋਣਾ ਹੈਗਾ। ਆਪਾਂ 5 ਸਾਲਾਂ ਬਾਅਦ ਗੱਲ ਕਰਾਂਗੇ ਵੀ ਹੁਣ ਪੰਜਾਬ ਨੂੰ ਆਪਾਂ ਨੈਕਸਟ ਲੈਵਲ ਤੇ ਕਿਵੇਂ ਲੈ ਕੇ ਜਾਣਾ। ਮੈਂ ਤੁਹਾਨੂੰ ਗਾਰੰਟੀ ਦੇ ਨਾਲ ਕਹਿ ਰਿਹਾ। ਇੱਕ ਮੁੱਦਾ ਹੋਰ ਬੜਾ ਉੱਠ ਰਿਹਾ ਹੈ BBMP ਦਾ। ਕੇਂਦਰ ਦੇ ਵੱਲੋਂ ਇਹ ਮੁੱਦਾ ਜਿਹੜਾ ਪੂਰੇ ਜ਼ੋਰ ਸ਼ੋਰ ਦੇ ਨਾਲ ਚੁੱਕਿਆ ਜਾ ਰਿਹਾ, ਲੋਕ ਪਰੇਸ਼ਾਨ ਵੀ ਹੋਣ ਲੱਗੇ ਨੇ, ਇਸ ਨੂੰ ਲੈ ਕੇ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਨੇ। ਇੱਕ ਪਾਸੇ ਉਹ ਮੁੱਦਾ ਉੱਠਣਾ ਤੇ ਦੂਜੇ ਪਾਸੇ ਨਵੀਂ ਸਰਕਾਰ ਦਾ ਬਣਨਾ, ਕਿਉਂਕਿ ਸੂਬੇ ਦੀ ਆਰਥਿਕਤਾ ਨੂੰ ਪੈਰਾਂ ਸਿਰ ਖੜਾ ਕਰਨ ਲਈ ਕੇਂਦਰ ਦੀ ਲੋੜ ਤੇ ਪਊਗੀ। ਕਿਵੇਂ ਤਾਲਮੇਲ ਬਣਾ ਕੇ ਚੱਲੇਗੀ ਪਾਰਟੀ? ਦੇਖੋ, ਇਸ ਤਰ੍ਹਾਂ ਕਿ BBM ਦਾ ਜਿਹੜਾ ਇਸ਼ੂ ਹੈ ਉਹ ਫਰੋਮ ਡੇ 1 ਇਹ ਰਿਹਾ ਕਿ ਜਿਹੜੇ ਮੈਂਬਰ ਪਾਵਰ ਹੁੰਦੇ ਨੇ ਉਹ ਪੰਜਾਬ ਦੇ ਹੁੰਦੇ ਨੇ, ਚੇਅਰਮੈਨ ਨੇ ਜਿਹੜੇ ਉਹ ਕਿਸੇ ਵੀ ਸਟੇਟ ਤੋਂ ਹੋ ਸਕਦੇ ਨੇ, ਮੈਂਬਰ ਪਾਵਰ ਪੰਜਾਬ ਤੋਂ, ਔਰ ਮੈਂਬਰ ਇਰੀਗੇਸ਼ਨ ਨੇ ਜਿਹੜੇ ਉਹ ਹਰਿਆਣੇ ਤੋਂ ਨਹੀਂ, ਕਿਉਂਕਿ 60-40 ਦੀ ਰੇਸ਼ੋ ਦਾ ਸਿਸਟਮ ਸੀਗਾ। ਹੁਣ ਇਹਨਾਂ ਨੇ ਉੱਥੇ ਉਹਨੂੰ ਓਪਨ ਕਰ ਦਿੱਤਾ ਟੂ ਆਲ ਸਟੇਟਸ, ਸਾਰੇ ਮੁਲਕ ਦੇ ਵਿੱਚੋਂ ਜਿੱਥੇ ਵੀ ਮੈਂਬਰ ਜਿਹੜਾ ਉਹ ਲੱਗ ਸਕਦਾ ਹੈ। ਹੁਣ ਇਹ 'ਚ ਵੱਡਾ ਸਵਾਲ ਇਹ ਹੈ ਕਿ ਉਹ ਪੰਜਾਬ ਦਾ ਪੱਖ ਫਿਰ ਉੱਥੇ ਕੌਣ ਰੱਖੇਗਾ। ਹੁਣ BJP ਵਾਲੇ ਜਾਂ ਸੈਂਟਰਲ ਗਵਰਨਮੈਂਟ ਕਹਿੰਦੀ ਹੈ ਕਿ ਉਹਨਾਂ ਨੇ 8 ਵਾਰੀ ਰਿਮਾਈਂਡਰਸ ਦਿੱਤੇ ਨੇ, ਸਟੇਟ ਗਵਰਨਮੈਂਟ ਨੇ ਇਹਨਾਂ ਰਿਸਪੌਂਡ ਨਹੀਂ ਕੀਤਾ ਹੈਗਾ। ਹੁਣ ਇਹ ਤਾਂ ਜਦੋਂ ਇੱਕ ਵਾਰੀ ਅਸੀਂ ਕੱਲ੍ਹ ਨੂੰ ਦੇਖ ਲਈਏ, ਟੇਕ ਓਵਰ ਕਰ ਲੈਂਦੇ ਨੇ ਮਾਨ ਸਾਹਿਬ, ਫਿਰ ਹੀ ਪਤਾ ਲੱਗੇਗਾ ਕਿ ਕਿਹਦੀ ਕਿੱਥੇ ਗਲਤੀ ਹੈ। ਪਰ ਆਮ ਆਦਮੀ ਪਾਰਟੀ ਪੰਜਾਬ ਦੇ ਹਰੇਕ ਹਿੱਤ ਨੂੰ, ਚਾਹੇ ਉਹ BBMP ਦੀ ਗੱਲ ਕਰ ਲਈਏ, ਚਾਹੇ ਉਹ SYL ਦੀ ਗੱਲ ਕਰ ਲਈਏ, ਚਾਹੇ ਉਹ ਪੰਜਾਬ ਦੇ GST ਦੇ ਸ਼ੇਅਰ ਦੀ ਗੱਲ ਕਰ ਲਈਏ, ਚਾਹੇ ਉਹ ਕਿਸਾਨੀ ਇਸ਼ੂਜ਼ ਦੀ ਗੱਲ ਕਰ ਲਈਏ, ਚਾਹੇ ਉਹ ਇਲੈਕਟ੍ਰਿਸਿਟੀ ਅਮੈਂਡਮੈਂਟ ਐਕਟ ਜਿਹੜਾ ਲੈ ਕੇ ਆਏ ਨੇ ਉਹਦੀ ਗੱਲ ਕਰ ਲਈਏ, ਪੰਜਾਬ ਦੇ ਇਕੱਲੇ ਇਸ਼ੂ ਦੇ ਉੱਪਰ ਆਮ ਆਦਮੀ ਪਾਰਟੀ ਠੋਕ ਕੇ ਪਹਿਰਾ ਦੇਗੀ ਔਰ ਪੰਜਾਬ ਦੇ ਹਿੱਤਾਂ ਦੀ ਰਾਖੀ ਜਿਹੜੀ ਉਹ ਕਰੇਗੀ। ਜਿੱਥੋਂ ਤੱਕ ਗੱਲ ਰਹੀ ਤੁਸੀਂ ਸੈਂਟਰ ਸਟੇਟ ਰਿਲੇਸ਼ਨ ਦੀ ਗੱਲ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਦੋਂ ਮੋਦੀ ਸਾਹਿਬ ਗੁਜਰਾਤ ਦੇ CM ਸੀਗੇ, ਉਹ ਗੱਲ ਫੈਡਰਲਿਜ਼ਮ ਦੀ ਜਦੋਂ ਕਰਦੇ ਸੀ, ਇਹ ਕਹਿੰਦੇ ਸੀਗੇ ਕਿ ਸੈਂਟਰਲ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਜਿਹੜੀਆਂ ਉਹ ਵੱਡੇ ਭਰਾ ਛੋਟੇ ਭਰਾ ਵਾਂਗ ਉਹਨਾਂ ਨੂੰ ਇਨ ਟੈਂਡਮ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਰਹਿਣਾ ਚਾਹੀਦਾ। ਪਰ ਜਦੋਂ ਦੇ ਉਹ ਪ੍ਰਧਾਨ ਮੰਤਰੀ ਬਣੇ ਨੇ, ਗੱਲਾਂ ਤੇ ਕੰਮ ਕਰਨ ਦਾ ਸਟਾਈਲ ਹੈ ਜਿਹੜਾ ਉਹ ਟੋਟਲੀ ਡਿਫਰੈਂਟ ਹੋ ਗਿਆ। ਬਟ ਆਲ ਸੈਡ ਐਂਡ ਡਨ, ਮੈਂ ਕਿਵੇਂ ਕਰਾਂਗੇ ਕਿਵੇਂ ਨਹੀਂ ਕਰਾਂਗੇ ਉਹ ਤਾਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੂਗਾ। ਪਰ ਮੈਂ ਤੁਹਾਨੂੰ ਇੱਕ ਚੀਜ਼ ਹੀ ਦੱਸ ਦੇਣਾ ਵੀ ਜਦੋਂ ਕਿ ਦਿੱਲੀ ਜਿਹੜੀ ਕਿ ਇੱਕ ਹਾਫ ਸਟੇਟ ਹੈ, ਜਿਹਦੇ ਵਿੱਚ ਸਰਕਾਰ ਕੋਲ ਲੈਂਡ ਨਹੀਂ ਹੈ, ਰੈਵਨਿਊ ਨਹੀਂ ਹੈ, ਜਿਹਦੇ ਕੋਲ ਸਰਵਿਸਿਜ਼ ਨਹੀਂ ਹੈ, ਲਾਅ ਐਂਡ ਆਰਡਰ ਨਹੀਂ ਹੈ, ਉਸ ਸਟੇਟ ਦੇ ਵਿੱਚ ਜੇ ਅਰਵਿੰਦ ਕੇਜਰੀਵਾਲ ਜੀ ਟਰਨ ਅਰਾਊਂਡ ਕਰ ਸਕਦੇ ਨੇ 360 ਡਿਗਰੀਜ਼, ਠੀਕ ਹੈ ਨਾ, ਉਹਦੇ ਵਿੱਚ ਤੁਸੀਂ ਹੈਲਥ ਐਜੂਕੇਸ਼ਨ ਦੀ ਰੈਵੋਲੂਸ਼ਨ ਲਿਆ ਸਕਦੇ ਹੋ, ਤੁਸੀਂ ਕਰਪਸ਼ਨ ਨੂੰ ਜੜੋਂ ਖਤਮ ਕਰ ਸਕਦੇ ਹੋ, ਤੁਸੀਂ ਹੋਮ ਡਿਲੀਵਰੀ ਆਫ ਸਰਵਿਸਿਜ਼ ਜਿਹੜਾ ਉਹ ਪ੍ਰੋਵਾਈਡ ਕਰ ਸਕਦੇ ਹੋ, ਤੁਸੀਂ ਟੌਪ ਕਲਾਸ ਇਨਫਰਾਸਟ੍ਰਕਚਰ ਜਿਹੜਾ ਉਹ ਕ੍ਰੀਏਟ ਕਰ ਸਕਦੇ ਹੋ। ਜੇ ਉੱਥੇ ਬੰਨੇ ਹੱਥਾਂ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਜੀ ਇਹ ਕਰ ਸਕਦੇ ਨੇ ਐਂਡ ਵਿਦਆਊਟ ਸੈਂਟਰਲ ਗਵਰਨਮੈਂਟ ਸਪੋਰਟ, ਉਹ ਤਾਂ ਹਮੇਸ਼ਾ ਕਹਾੜਾ ਲੈ ਕੇ ਅਰਵਿੰਦ ਜੀ ਦੇ ਸਿਰ ਤੇ ਬੈਠੇ ਰਹਿੰਦੇ ਨੇ ਕੇਂਦਰ ਸਰਕਾਰ ਵਾਲੇ, ਤੇ ਫਿਰ ਵੀ ਜੇ ਉਹ ਲੀਡਰ ਸਾਡਾ, ਉਹ ਬੰਦਾ, ਉਹ ਦੇਸ਼ ਦਾ ਹੀਰਾ ਜੇ ਦਿੱਲੀ ਦੇ ਵਿੱਚ ਇਹ ਕਰ ਸਕਦੇ ਨੇ, ਤੇ ਫਿਰ ਪੰਜਾਬ ਤਾਂ ਇੱਕ ਫੁੱਲ ਫਲੈਜ ਸਟੇਟ ਹੈ, ਇੱਥੇ ਕਿਉਂ ਨਹੀਂ ਹੋਊਗਾ। ਹਾਂ, ਇਹ ਠੀਕ ਹੈ ਕਿ ਜਿਹੜੀ ਬਦਲਾਅ ਦੀ ਤੁਸੀਂ ਗੱਲ ਕੀਤੀ, ਜੇ ਆਪਾਂ ਲੋਕਾਂ ਨੇ ਸਰਕਾਰ ਤਾਂ ਬਦਲਤੀ, ਠੀਕ ਹੈ, ਬਦਲਾਅ ਦੇ ਲਈ ਹੀ ਸਰਕਾਰ ਬਦਲੀ ਗਈ ਹੈ, ਪਰ ਜੇ ਹੁਣ ਕਹੀਏ ਵੀ ਸਰਕਾਰ ਸਾਰਾ ਕੁਝ ਕਰ ਦੂਗੀ, ਦੈਟ ਇਜ਼ ਨਾਟ ਪੋਸੀਬਲ। ਇਹ ਲੋਕਾਂ ਨੂੰ ਵੀ ਬਦਲਣਾ ਪਊਗਾ। ਕੱਲੇ ਭਗਵੰਤ ਮਾਨ ਜੀ ਨੇ ਕੱਲ ਕੀ ਕਿਹਾ ਕਿ ਮੈਂ ਮੁੱਖ ਮੰਤਰੀ ਨਹੀਂ ਬਣ ਰਿਹਾ, ਪੰਜਾਬ ਦਾ 3 ਕਰੋੜ ਲੋਕ ਨੇ ਜਿਹੜੇ ਉਹ ਮੁੱਖ ਮੰਤਰੀ ਬਣ ਰਹੇ ਨੇ। ਸਾਰਿਆਂ ਨੂੰ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ, ਸਰਕਾਰ ਨੂੰ ਆਪ ਦਾ ਹਿੱਸਾ ਸਮਝਦੇ ਹੋਏ ਤੇ ਆਪਦੇ ਆਪ ਨੂੰ ਸਰਕਾਰ ਦਾ ਹਿੱਸਾ ਸਮਝਦੇ ਹੋਏ ਕੰਮ ਕਰਨਾ ਪਊਗਾ। ਜਿਹੜੀਆਂ ਗਲਤ ਕਰਪਟ ਪ੍ਰੈਕਟਿਸਿਸ ਨੇ, ਠੀਕ ਹੈ, ਉਹਨਾਂ ਨੂੰ ਬੰਦ ਕਰਨਾ ਪਊਗਾ। ਤੇ ਫਿਰ ਇਹੋ ਜਿਹਾ ਕਿਹੜਾ ਕੰਮ ਹੈ ਜਸਬੀਰ ਜੀ ਜਿਹੜਾ ਕਰ ਨਹੀਂ ਸਕਦੇ ਹੈਗੇ। ਇੱਥੋਂ ਸਾਰਾ ਕੁਝ ਵੇਚ ਵੱਟ ਕੇ ਪੰਜਾਬੀ ਆਪਣੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾਂਦੇ ਨੇ, ਉੱਥੇ ਜਾ ਕੇ ਅੰਗਰੇਜ਼ਾਂ ਨਾਲੋਂ ਡੂਢੀ ਦੁੱਗਣੀਆਂ ਕਮਾਈਆਂ ਕਰਦੇ ਨੇ, ਤੇ ਇੱਥੇ ਕੁਝ ਕਰ ਨਹੀਂ ਪਾਉਂਦੇ ਕਿਉਂਕਿ ਸਿਸਟਮ ਨਹੀਂ ਹੈਗਾ। ਸਿਸਟਮ ਦੇਣਾ
ਮਾਹੌਲ ਦੇਣਾ, ਐਟਮੋਸਫੇਅਰ ਦੇਣਾ, ਪਲੇਟਫਾਰਮ ਦੇਣਾ, ਇਹ ਜ਼ਿੰਮਾ ਸਰਕਾਰ ਦਾ ਹੋਊਗਾ। ਬਟ ਐਵਰੀਬਡੀ ਵਿਲ ਹੈਵ ਟੂ ਹੋਲਡ ਹੈਂਡਸ ਟੁਗੇਦਰ ਐਂਡ ਦੈਨ ਮੂਵ ਫਾਰਵਰਡ। ਜੇ ਇੱਕ ਦੂਜੇ ਦਾ ਹੱਥ ਫੜ ਕੇ ਇਕੱਠੇ ਚੱਲਾਂਗੇ ਤਾਂ ਪੰਜਾਬ ਦੇ ਵਿੱਚ ਬਦਲਾਅ ਹੈ ਜਿਹੜਾ ਉਹ ਦਿਨਾਂ ਦੇ ਵਿੱਚ ਤੁਹਾਨੂੰ ਹੁੰਦਾ ਨਜ਼ਰ ਆਏਗਾ। ਤੁਸੀਂ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਕੰਮ ਕੀਤੇ, ਉੱਥੇ ਵੀ ਸੈਂਟਰ ਦਾ ਕੁਹਾੜਾ ਉਹਨਾਂ ਦੇ ਸਿਰ ਤੇ ਰਿਹਾ, ਉਹ ਇੱਥੇ ਵੀ ਰਹੇਗਾ। ਫਿਰ ਜੇ ਇਹ ਮੁੱਦਾ ਪਹਿਲ ਦੇ ਆਧਾਰ ਤੇ ਹੱਲ ਨਹੀਂ ਹੁੰਦਾ BBMP ਦਾ, ਕਿਉਂਕਿ ਬਿਜਲੀ ਦੇ ਨਾਲ ਵੀ ਜੁੜਿਆ ਹੋਇਆ ਹੈ ਔਰ ਆਮ ਆਦਮੀ ਪਾਰਟੀ ਨੇ ਬਿਜਲੀ ਫ੍ਰੀ ਦੇਣ ਦਾ, ਕਈ ਯੂਨਿਟਸ ਫ੍ਰੀ ਦੇਣ ਦਾ ਵਾਅਦਾ ਵੀ ਕੀਤਾ ਹੋਇਆ, ਫਿਰ ਉੱਥੇ ਪਾਰਟੀ, ਉੱਥੇ ਸਰਕਾਰ ਕੀ ਕਰੇਗੀ? ਦੇਖੋ, ਪੰਜਾਬ ਹੈ ਜਿਹੜਾ ਉਹ ਪਾਵਰ ਸਰਪਲਸ ਸਟੇਟ ਹੈ। ਪਾਵਰ ਸਰਪਲਸ ਸਟੇਟ ਇਨ ਦ ਸੈਂਸ ਕਿ ਦੇਰ ਇਜ਼ ਅ ਵਾਈਡ ਗੈਪ। ਸਮਰ ਤੇ ਵਿੰਟਰ ਦੇ ਵਿੱਚ ਜਿਹੜੀ ਡਿਮਾਂਡ ਹੈ ਉਹ ਸਰਦੀਆਂ ਦੇ ਵਿੱਚ ਤਕਰੀਬਨ 3000, ਰਾਤ ਨੂੰ 6000 ਮੈਗਾਵਾਟ ਦਿਨੇ ਔਰ ਰਹਿ ਜਾਂਦੀ ਹੈ, ਔਰ ਗਰਮੀਆਂ ਦੇ ਵਿੱਚ ਇਹ ਤਕਰੀਬਨ 14-15 ਹਜ਼ਾਰ ਹੈ ਜਿਹੜਾ ਉਹ ਚਲੀ ਜਾਂਦੀ ਹੈ। ਜਿਹੜਾ ਇਹ ਹੁਣ ਇਹਨਾਂ ਦਾ ਇਲਜ਼ਾਮ ਤਰਾਸ਼ੀਆਂ ਦਾ ਕੰਮ ਸੈਂਟਰ ਤੇ ਸਟੇਟ ਗਵਰਨਮੈਂਟ ਦਾ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲਿਆ, ਇਹ ਹੁਣ ਅਸੀਂ ਕੱਲ੍ਹ ਨੂੰ ਇੱਕ ਵਾਰ ਮਾਨ ਸਾਹਿਬ ਟੇਕ ਓਵਰ ਕਰ ਲੈਣ, ਫਿਰ ਹੀ ਪਤਾ ਲੱਗ ਪਾਏਗਾ ਵੀ ਇਹ 'ਚ ਕਿਹਦੀ ਗਲਤੀ ਹੈ। ਮੈਂ ਤੁਹਾਨੂੰ ਇੱਕੋ ਚੀਜ਼ ਐਸ਼ੋਰ ਕਰਦਾ ਕਿ ਜਿੱਥੇ ਤੱਕ ਪੰਜਾਬ ਦੇ ਹਿੱਤਾਂ ਦਾ ਮਸਲਾ ਹੈ, ਅਸੀਂ ਐਮੀਕੇਬਲੀ ਦਾਮ ਸਾਮ ਦੰਡ ਭੇਦ ਹੱਥ ਵੀ ਜੋੜਾਂਗੇ ਕੇਂਦਰ ਸਰਕਾਰ ਦੇ, ਉਹਨਾਂ ਨੂੰ ਜਾ ਕੇ ਰਿਕੁਐਸਟ ਵੀ ਕਰਾਂਗੇ, ਉਹਨਾਂ ਨੂੰ ਮਨਾਵਾਂਗੇ ਵੀ। ਜੇ ਨਹੀਂ ਉਹ ਮੰਨਣਗੇ ਤੇ ਫਿਰ ਜੇ ਦੋ ਹੱਥ ਕਰਨੇ ਪੈਣਗੇ ਪੰਜਾਬ ਸਰਕਾਰ ਨੂੰ ਸੈਂਟਰ ਦੇ ਨਾਲ, ਉਹ ਵੀ ਕਰਾਂਗੇ। ਪਰ ਪੰਜਾਬ ਦੇ ਹਿੱਤਾਂ ਦਾ ਘਾਣ ਹੈ ਜਿਹੜਾ ਉਹ ਨਹੀਂ ਹੋਣ ਦੇਵਾਂਗੇ। ਉਹਦੇ ਲਈ ਵੇਰੀਡ ਜਿਹੜੇ ਰੂਟਸ ਨੇ, ਚਾਹੇ ਉਹ ਐਡਮਿਨਿਸਟ੍ਰੇਟਿਵ ਤੌਰ ਤੇ, ਪੋਲੀਟੀਕਲ ਤੌਰ ਤੇ, ਲੀਗਲ ਤੌਰ ਦੇ ਉੱਪਰ ਜੋ ਹੀਲਾ ਵਸੀਲਾ ਸਾਨੂੰ ਕਰਨਾ ਪਿਆ, ਠੀਕ ਹੈ ਨਾ, ਉਹ ਅਸੀਂ ਕਰਾਂਗੇ। ਪਰ ਪੰਜਾਬ ਦੇ ਹਿੱਤਾਂ ਦਾ ਅੱਜ ਤੱਕ ਜਿੰਨਾ ਘਾਣ ਹੋ ਲਿਆ, ਇਸ ਤੋਂ ਬਾਅਦ ਅੱਗੇ ਘਾਣ ਨਹੀਂ ਹੋਏਗਾ, ਮੈਂ ਗਾਰੰਟੀ ਕਰਦਾ। ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਜ਼ਾਹਿਰ ਹੈ ਕਿਸਾਨਾਂ ਦੀ, ਕਿਸਾਨੀ ਦੀ ਗੱਲ ਵੀ ਕਰਾਂਗੇ। 21 ਤਰੀਕ ਤੋਂ ਕਿਸਾਨ ਵੱਡੇ ਪੱਧਰ ਤੇ ਸੰਯੁਕਤ ਕਿਸਾਨ ਮੋਰਚਾ ਸੰਘਰਸ਼ ਵਿੱਢਣ ਜਾ ਰਿਹਾ ਆਪਣੀਆਂ ਲਟਕਵੀਆਂ ਮੰਗਾਂ ਨੂੰ ਲੈ ਕੇ। 25 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਣਾ ਹੈ। ਪਾਰਟੀ ਦਾ ਕੀ ਸਟੈਂਡ ਰਹੂਗਾ? ਨਹੀਂ, ਇਹ ਮੈਨੂੰ ਨਹੀਂ ਪਤਾ ਲੱਗਿਆ ਹੈਗਾ, ਕਿਉਂਕਿ 3-4 ਦਿਨਾਂ ਦੇ ਜਿਹੜੇ ਜਦੋਂ ਦਾ ਰਿਜ਼ਲਟ ਆਏ ਨੇ ਉਦੋਂ ਦੇ ਆਪਣੇ ਸਾਥੀਆਂ ਨਾਲ ਤੇ ਕੱਲ੍ਹ ਵੀ ਸਾਰਾ ਦਿਨ ਮੇਲਾ ਪ੍ਰਬੰਧ ਦੀ ਕਿਰਪਾ ਨਾਲ ਲੱਗਿਆ ਰਿਹਾ ਲੋਕਾਂ ਨੂੰ ਵਧਾਈਆਂ ਦੇਣ ਦਾ। ਇਹ ਮੈਨੂੰ ਨਹੀਂ ਪਤਾ ਲੱਗਿਆ ਹੈ ਕਿ SKM ਦਾ ਕੋਈ ਇਸ ਤਰੀਕੇ ਦਾ ਉਹਨਾਂ ਨੇ ਪਲਾਨ ਕੀਤਾ। ਇਹਦੇ ਬਾਰੇ ਜੋ ਵੀ ਕੋਈ ਉਹਨਾਂ ਦਾ ਨਹੀਂ, ਇਹ ਪਲਾਨ ਉਹ ਪੰਜਾਬ ਦੇ ਵਿੱਚ ਕਰ ਰਹੇ ਨੇ ਜਾਂ ਸਾਰੇ ਆਲ ਇੰਡੀਆ ਕਰ ਰਹੇ? ਦੇਖੋ, ਅਸੀਂ ਤਾਂ ਦੇਖੋ ਜਸਮੀਤ ਜੀ, ਆਲ ਸੈਡ ਐਂਡ ਡਨ, ਅਸੀਂ ਪਹਿਲੇ ਦਿਨ ਤੋਂ ਕਿਸਾਨ ਭਰਾਵਾਂ ਦੇ, ਕਿਸਾਨ ਜਥੇਬੰਦੀਆਂ ਦੀਆਂ ਜਿੰਨੀਆਂ ਜਾਇਜ਼ ਮੰਗਾਂ ਨੇ, ਅਸੀਂ ਉਹਨਾਂ ਦੇ ਨਾਲ ਖੜੇ ਸੀ, ਖੜੇ ਹਾਂ ਤੇ ਖੜੇ ਰਹਾਂਗੇ। ਜਿਹੜੇ ਕੋਈ ਮਸਲੇ ਸਟੇਟ ਗਵਰਨਮੈਂਟ ਦੇ ਲੈਵਲ ਦੇ ਉੱਪਰ ਹੱਲ ਹੋ ਸਕਦੇ ਹੋਣਗੇ ਉਹਨਾਂ ਨੂੰ ਹੱਲ ਕਰਾਂਗੇ, ਪ੍ਰਾਇੋਰਟੀ ਦੇ ਆਧਾਰ ਦੇ ਉੱਪਰ ਕਰਾਂਗੇ। ਜਿਹੜੇ ਕੋਈ ਨਹੀਂ ਹੱਲ ਹੋ ਸਕਦੇ ਹੋਣਗੇ ਉਹ ਉਹਨਾਂ ਨਾਲ ਬੈਠ ਕੇ ਉਹਨਾਂ ਨੂੰ ਸਮਝਾਵਾਂਗੇ ਕਿ ਆਹ ਅੱਜ ਦੀ ਤਾਰੀਖ ਦੇ ਵਿੱਚ ਆਹ ਪੰਜਾਬ ਸੂਬੇ ਦੇ ਖਜ਼ਾਨੇ ਦੀ ਪੋਜੀਸ਼ਨ ਹੈ, ਇਹਦੇ ਵਿੱਚ ਆਹ ਚੀਜ਼ਾਂ ਹੋ ਸਕਦੀਆਂ ਨੇ, ਆਹ ਚੀਜ਼ਾਂ ਪ੍ਰੈਕਟੀਕਲੀ ਨਹੀਂ ਹੋ ਸਕਦੀਆਂ ਹੈਗੀਆਂ। ਮੈਂ ਸਮਝਦਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਜਿਹੜੀਆਂ ਸਾਡੇ ਕਿਸਾਨ ਵੀਰ ਵੀ ਸਮਝਣ ਨਾ, ਆਖਰ ਉਹ ਕਿੰਨਾ ਦੇ ਵਿੱਚੋਂ, ਉਹ ਆਪਣੇ ਵਿੱਚੋਂ ਹੀ ਨੇ, ਆਪਾਂ ਵੀ ਉਹਨਾਂ ਦੇ ਵਿੱਚੋਂ ਆ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹਦੇ ਬਾਰੇ ਹਜੇ ਐਗਜ਼ੈਕਟ ਪਾਲਿਸੀ ਜਾਂ ਸਟੈਂਡ ਕੀ ਹੋਏਗਾ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਕਿਉਂਕਿ ਨੰਬਰ 1 ਮੈਨੂੰ ਇਹ ਪਤਾ ਇਸ਼ੂ ਤੁਹਾਡੇ ਤੋਂ ਲੱਗਿਆ, ਔਰ ਸੈਕੰਡਲੀ ਇਹ ਜਿਹੜਾ ਡਿਸੀਜਨ ਹੈ ਉਹ ਸਰਕਾਰ ਨੇ ਔਰ ਪਾਰਟੀ ਨੇ ਐਜ਼ ਏ ਹੋਲ ਲੈਣਾ ਹੋਊਗਾ। ਅਮਨ ਉਹਦੇ ਬਾਰੇ ਕੋਈ ਕਮੈਂਟ ਕਰੇ, ਦੈਟ ਡਸਨਟ ਮੇਕ ਐਨੀ ਸੈਂਸ। ਅਮਨ ਜੀ, ਮੇਰੇ ਲਾਸਟ 2 ਸਵਾਲ ਨੇ। ਸੰਗਰੂਰ ਲੋਕ ਸਭਾ ਸੀਟ ਹੈ ਜਿਹੜੀ ਉਹ ਖਾਲੀ ਹੋ ਰਹੀ ਹੈ, ਉੱਥੇ ਲੋਕ ਸਭਾ ਚੋਣ ਹੈ ਜਿਹੜੀ ਹੋਏਗੀ, ਜ਼ਿਮਨੀ ਚੋਣ ਹੋਏਗੀ, ਕੀ ਉੱਥੇ ਚੁਣੌਤੀ ਵੱਡੀ ਹੋਏਗੀ ਜਾਂ ਬੜੇ ਆਰਾਮ ਦੇ ਨਾਲ ਉਹ ਸੀਟ ਨੂੰ ਸਰ ਕਰ ਲਿਆ ਜਾਏਗਾ? ਕੀ ਲੱਗਦਾ ਤੁਹਾਨੂੰ? ਦੇਖੋ, ਇਸ ਤਰ੍ਹਾਂ ਜੀ ਕਿ ਬਾਕੀ ਆਉਣ ਵਾਲੇ ਭਵਿੱਖ ਦੇ ਵਿੱਚ ਕੀ ਹੋਣਾ ਹੈ, ਮੈਂ ਕੋਈ ਜੋਤਸ਼ੀ ਤਾਂ ਹਾਂ ਨਹੀਂ, ਅਗਲਾ ਸਾਹ ਵੀ ਨਹੀਂ ਪਤਾ ਆਪਾਂ ਨੂੰ ਵੀ ਅਗਲਾ ਆਵੇ ਕਿ ਨਾ ਆਵੇ। ਪਰ ਜਿਸ ਤਰੀਕੇ ਦਾ ਇੱਕ ਲੈਂਡਸਲਾਈਡ ਮੈਂਡੇਟ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਪੂਰੇ ਪੰਜਾਬ ਦੇ ਵਿੱਚ ਦਿੱਤਾ ਹੈ, ਔਰ ਜਿਹਦੀ ਸ਼ੁਰੂਆਤ ਹੈ ਉਹ ਜੜ ਜੇ ਆਮ ਆਦਮੀ ਪਾਰਟੀ ਦੀ ਕਹੀਏ ਤੇ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ, ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚੋਂ ਲੱਗਦੀ ਹੈ। ਤੇ ਹੁਣ ਤਾਂ ਇੱਕ ਤਰੀਕੇ ਨਾਲ ਪਾਵਰ ਸੈਂਟਰ ਵੀ ਸੰਗਰੂਰ 'ਚ ਸਾਡੇ ਵੱਡਾ ਭਰਾ ਭਗਵੰਤ ਮਾਨ ਜੀ, ਜਿਹੜੇ ਕਿ ਸੰਗਰੂਰ ਜ਼ਿਲ੍ਹੇ ਦੀ ਆਨ ਬਾਨ ਸ਼ਾਨ ਨੇ ਸਾਰੇ ਪੰਜਾਬ ਦੀ। ਮੈਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਦਾ ਕੋਈ ਚੈਲੰਜ ਜਿਹੜਾ ਉਹ ਹੋਏਗਾ। ਮੈਨੂੰ ਤਾਂ ਇਹ ਲੱਗਦਾ ਕਿ ਜਿੰਨੇ ਕੁ ਰਿਕਾਰਡ ਹੁਣ ਪਹਿਲਾਂ ਮਾਨ ਸਾਹਿਬ ਨੇ ਬਣਾਏ ਨੇ ਜਾਂ ਹੁਣ ਇਹਨਾਂ ਚੋਣਾਂ ਦੇ ਵਿੱਚ ਬਣੇ ਨੇ, ਉਹ ਸਾਰੇ ਰਿਕਾਰਡ ਨੇ ਜਿਹੜੇ ਉਹ ਜ਼ਮੀਨੀ ਚੋਣ ਦੇ ਵਿੱਚ ਟੁੱਟ ਜਾਣੇ। ਸੋ ਮੈਨੂੰ ਕੋਈ ਇਹੋ ਜਿਹੀ ਗੱਲ ਲੱਗਦੀ ਨਹੀਂ ਹੈਗੀ, ਪਰ ਫਿਰ ਵੀ ਕੋਈ ਇਸ ਗੱਲ ਦਾ ਹੰਕਾਰ ਨਹੀਂ, ਕੋਈ ਇਸ ਗੱਲ ਦਾ ਮਾਣ ਨਹੀਂ। ਅਸੀਂ ਬੜੇ ਨਿੰਮ ਕੇ ਜਦੋਂ ਵੀ ਉਹ ਇਲੈਕਸ਼ਨ ਹੁੰਦੀ ਹੈ, 3 ਮਹੀਨਿਆਂ ਨੂੰ ਹੋਵੇ, 4 ਨੂੰ ਹੋਵੇ, ਅਸੀਂ ਆਪਦੀ ਉਹਨਾਂ ਇਸ ਸਮੇਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਵਾਂਗੇ, ਹੱਥ ਜੋੜਾਂਗੇ ਤੇ ਆਪਦੇ ਕੰਮਾਂ ਦੇ ਆਧਾਰ ਦੇ ਉੱਪਰ ਵੋਟ ਹੈ ਜਿਹੜੀ ਉਹਨਾਂ ਤੋਂ ਮੰਗਾਂਗੇ। ਜੀ, ਕਪੂਰਥਲਾ ਤੋਂ ਤੁਹਾਡੀ ਪਾਰਟੀ ਦੀ ਮੰਜੂ ਰਾਣਾ ਉਮੀਦਵਾਰ ਸੀ, ਹਾਰ ਜਾਂਦੇ ਨੇ
ਕੱਲ ਇੱਕ ਵੀਡੀਓ ਆ ਰਹੀ ਸੀ ਕਿ ਡੀਐਸਪੀ ਨੂੰ ਧਮਕੀਆਂ ਦੇ ਰਹੇ ਨੇ, ਆ ਦੂੰਗੀ, ਮਤਲਬ ਇਸ ਤਰ੍ਹਾਂ ਦੇ ਲੋਕਾਂ ਨੂੰ ਨਾਲ ਨਜਿੱਠਣ ਲਈ ਪਾਰਟੀ ਉਹਨਾਂ ਨੂੰ ਕੁਝ ਕਹੇਗੀ ਜਾਂ ਕੁਝ ਵੀ ਬੋਲਦੇ ਨੇ ਕਿ ਜੀ ਸੱਤਾ ਆ ਗਈ, ਸੱਤਾ ਦਾ ਗਰੂਰ ਸਾਡੇ ਸਿਰ ਤੇ ਚੜ੍ਹ ਗਿਆ। ਇਹ ਦੇਖੋ ਨੰਬਰ 1 ਇਹ ਵੀ ਇਸ਼ੂ ਜਿਹੜਾ ਮੈਨੂੰ ਤੁਹਾਡੇ ਤੋਂ ਪਤਾ ਲੱਗ ਰਿਹਾ ਹੈ, ਮੈਨੂੰ ਇਹਦੇ ਬਾਰੇ ਕੋਈ ਆਈਡੀਆ ਨਹੀਂ ਹੈ, ਕੋਈ ਇਲਮ ਨਹੀਂ ਹੈ, ਨੋਟਿਸ ਦੇ ਵਿੱਚ ਆਇਆ ਨਹੀਂ ਹੈਗਾ। ਜੇ ਇਸ ਤਰੀਕੇ ਦੀ ਗੱਲ ਦੇਖੋ, ਪੰਜਾਬ ਦਾ ਇਹ ਹਾਲ ਕਿਉਂ ਹੋਇਆ, ਕਿਉਂਕਿ ਲਾਅ ਆਫ ਲੈਂਡ ਹੈ ਜਿਹੜਾ ਉਹ ਖਤਮ ਹੋ ਚੁੱਕਿਆ ਜੀ। ਸਰਕਾਰਾਂ ਨੇ ਤੇ ਪੋਲੀਟੀਕਲ ਲੀਡਰਾਂ ਨੇ ਖਤਮ ਕਰ ਦਿੱਤਾ। ਅਸੀਂ ਲਾਅ ਆਫ ਲੈਂਡ ਨੂੰ ਬਹਾਲ ਕਰਾਂਗੇ ਤੇ ਉਸ ਲਾਅ ਆਫ ਲੈਂਡ ਦੇ ਵਿੱਚ ਅਮਨ ਅਰੋੜਾ ਵੀ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੂਗਾ, ਜਸਬੀਰ ਜੀ ਤੁਸੀਂ ਵੀ ਉਹਦੇ ਦਾਇਰੇ 'ਚ ਰਹਿ ਕੇ ਕੰਮ ਕਰੋਗੇ, ਜਿੰਨੇ ਆਪਣੇ ਦਰਸ਼ਕ ਦੇਖ ਰਹੇ ਸੁਣ ਰਹੇ ਨੇ ਉਹ ਵੀ ਉਹਦੇ ਦਾਇਰੇ 'ਚ ਰਹਿ ਕੇ ਕੰਮ ਕਰਨਗੇ। ਸਾਡਾ ਕੋਈ ਚਾਹੇ ਵੱਡਾ ਲੀਡਰ ਹੈ ਚਾਹੇ ਛੋਟਾ ਲੀਡਰ ਹੈ, ਲੀਡਰ ਤਾਂ ਲੋਕਾਂ ਨੇ ਬਣਾਉਣਾ ਹੁੰਦਾ ਹੈ। ਆਮ ਆਦਮੀ ਦੇ ਧੀਆਂ ਪੁੱਤਾਂ ਨੂੰ ਅੱਗੇ ਆਮ ਆਦਮੀ ਪਾਰਟੀ ਲੈ ਕੇ ਆ ਰਹੀ ਹੈ। ਇਸ ਤਰੀਕੇ ਦੀ ਗੱਲ ਜੇ ਕੋਈ ਹੋਈ ਹੈ, ਜੇ ਤਾਂ ਕੋਈ ਨਜਾਇਜ਼ ਕਿਸੇ ਨਾਲ ਧੱਕਾ ਹੋਇਆ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਕਿਸੇ ਹੋਰ ਵੱਲੋਂ, ਫਿਰ ਤਾਂ ਆਵਾਜ਼ ਚੱਕੀ ਹੈ, ਫਿਰ ਤਾਂ ਹੈ ਉਹ ਇਸ਼ੂ ਜਿਹੜਾ ਮੈਂ ਦੇਖਿਆ ਸੁਣਿਆ ਨਹੀਂ ਹੈਗਾ, ਫਿਰ ਤਾਂ ਹੈ ਸਹੀ। ਪਰ ਜੇ ਨਜਾਇਜ਼ ਜੇ ਕਹੀ ਵੀ ਆਪਾਂ ਕਿਸੇ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਜੇ ਕੋਈ ਗੱਲ ਕਰ ਰਿਹਾ ਹੈ, ਠੀਕ ਹੈ ਨਾ, ਤਾਂ ਉਹ ਐਬਸੋਲੂਟਲੀ ਗਲਤ ਹੈ। ਉਹਨੂੰ ਨਾ ਅਰਵਿੰਦ ਕੇਜਰੀਵਾਲ ਜੀ ਨਾ ਭਗਵੰਤ ਮਾਨ ਜੀ, ਉਹਨੂੰ ਕੋਈ ਐਕਸੈਪਟੇਬਲ ਕਿਸੇ ਨੂੰ ਵੀ ਇਹ ਨਹੀਂ ਹੈਗਾ। ਭਗਵੰਤ ਮਾਨ ਜੀ ਨੇ ਜਿਸ ਦਿਨ ਲੀਡਰ ਆਫ ਦਾ ਪਾਰਟੀ ਚੁਣੇ ਗਏ ਸੀਗੇ ਮੁਹਾਲੀ ਦੇ ਵਿੱਚ 11 ਤਰੀਕ ਨੂੰ, ਉਸੇ ਦਿਨ ਹੀ ਉਹਨਾਂ ਨੇ ਆਪਦੇ ਪਹਿਲੇ ਸਪੀਚ ਦੇ ਵਿੱਚ ਕੀ ਕਿਹਾ ਸੀਗਾ, ਐਡਰੈਸ ਦੇ ਵਿੱਚ ਸਾਰੇ ਐਮਐਲਏ ਨੂੰ, ਕਿ ਕਿਸੇ ਨੇ ਕੋਈ ਗਲਤ ਕੰਮ ਦੀ ਸਿਫਾਰਿਸ਼ ਨਹੀਂ ਕਰਨੀ, ਕਿਸੇ ਨੇ ਸੱਤਾ ਦਾ ਜਿਹੜਾ ਜ਼ੋਰ ਜਾਂ ਜੋਸ਼ ਹੈ ਜਿਹੜਾ ਉਹ ਆਪਦੇ ਦਿਮਾਗ ਨੂੰ ਨਹੀਂ ਚੜਾਉਣਾ ਹੈਗਾ, ਲੋਕਾਂ ਕੋਲੇ ਨਿਮ ਕੇ ਜਾਣਾ ਤੇ ਉਹਨਾਂ ਦੇ ਕੰਮ ਕਰਨੇ ਨੇ। ਇਹ ਤਾਂ ਪਹਿਲੇ ਦਿਨ ਤੋਂ ਹੀ ਆਮ ਆਦਮੀ ਪਾਰਟੀ ਵੱਲੋਂ ਕਲੀਅਰ। ਜੇ ਹੁਣ ਇੰਡੀਵਿਜੂਅਲ ਨੇ ਕਿਸੇ ਨੇ ਕੋਈ ਇਹੋ ਜਿਹੀ ਗੱਲ ਕੀਤੀ ਹੈ ਤਾਂ ਆਈ ਥਿੰਕ ਦੈਟ ਇਜ਼ ਨਾਟ ਵਨ ਥਿੰਗ ਦੈਟ ਇਜ਼ ਸਪੋਰਟਡ ਬਾਈ ਪਾਰਟੀ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਅਮਨ ਅਰੋੜਾ ਜੀ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਨ੍ਹਾਂ ਕੱਲ ਜਿਹੜੀ ਹੈ ਔਥ ਸੈਰਾਮਨੀ ਹੋਣੀ, ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਕੰਮ ਕਰੇਗੀ। ਨਾਲ ਹੀ ਵਾਅਦਾ ਵੀ ਕੀਤਾ ਹੈ ਕਿ ਇੱਕ ਸੁਚੱਜਾ ਪ੍ਰਸ਼ਾਸਨ ਹੈ ਜਿਹੜਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਏਗਾ, ਇੱਕ ਬਹੁਤ ਸੋਹਣਾ ਮਾਹੌਲ ਦਿੱਤਾ ਜਾਏਗਾ। ਉਮੀਦ ਕਰਦੇ ਹਾਂ ਕਿ ਸਾਡੀ ਅੱਜ ਦੀ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਏਗੀ। ਕੈਮਰਾਮੈਨ ਹੈਪੀ ਤੇ ਹਰਦੀਪ ਦੇ ਨਾਲ ਮੈਂ ਜਸਮੀਤ ਕੌਰ, ਡੇਲੀ ਪੋਸਟ ਪੰਜਾਬੀ, ਸੁਨਾਮ।